ਤੁਸੀਂ ਸੁਣ ਰਹੇ ਹੋ ਕਿਤਾਬ ਆਦਬੀੜ ਬਾਰੇ, ਜਿਸ ਦੇ ਲੇਖਕ ਹਨ ਪ੍ਰੋਫੈਸਰ ਸਾਹਿਬ ਸਿੰਘ ਜੀ। ਦੂਜੇ ਭਾਗ ਵਿੱਚ ਸੁਣੋ ਗੁਰੂ ਨਾਨਕ ਸਾਹਿਬ ਦੀ ਸਾਰੀ ਹੀ ਬਾਣੀ ਗੁਰੂ ਅਮਰਦਾਸ ਜੀ ਪਾਸ ਮੌਜੂਦ ਸੀ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਿੱਛੇ ਇਹ ਨਿਰਣਾ ਕਰ ਚੁੱਕੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਸਾਰੀ ਬਾਣੀ ਗੁਰੂ ਅੰਗਦ ਸਾਹਿਬ ਨੂੰ ਦਿੱਤੀ ਸੀ ਤੇ ਉਹਨਾਂ ਤੋਂ ਇਹ ਬਾਣੀ ਗੁਰੂ ਅਮਰਦਾਸ ਜੀ ਨੂੰ ਮਿਲੀ ਸੀ। ਹੁਣ ਅਸੀਂ ਨਿੱਘਰ ਪ੍ਰਮਾਣ ਦੇ ਕੇ ਆਪਣੇ ਇਸ ਨਿਰਣੇ ਨੂੰ ਹੋਰ ਪੱਕਿਆਂ ਕਰਾਂਗੇ, ਜਿਸ ਵਿੱਚ ਕਿਸੇ ਸ਼ੱਕ ਦੀ ਗੁੰਜਾਇਸ਼ ਰਹਿ ਨਾ ਸਕੇ। ਰਾਗ ਸਾਂਝੇ ਵਰਤੇ ਗਏ। ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 31 ਰਾਗਾਂ ਵਿੱਚ ਬਾਣੀ ਲਿਖੀ ਹੋਈ ਹੈ। ਉਹਨਾਂ 31 ਰਾਗਾਂ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਨੇ ਹੇਠ ਲਿਖੇ 19 ਰਾਗ ਆਪਣੀ ਬਾਣੀ ਵਾਸਤੇ ਵਰਤੇ ਹਨ। ਸ੍ਰੀ ਰਾਗ, ਮਾਝ, ਗੌੜੀ, ਆਸਾ, ਗੁਜਰੀ, ਵਡਹੰਸ, ਸੋਰਠ, ਧਨਾਸਰੀ, ਤੇਲੰਗ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਤੁਖਾਰੀ, ਭੈਰੋ, ਬਸੰਤ, ਸਾਰੰਗ, ਮਲਾਰ ਅਤੇ ਪ੍ਰਭਾਤੀ। ਇਹਨਾਂ 19 ਰਾਗਾਂ ਵਿੱਚੋਂ ਤੇਲੰਗ ਤੇ ਤੁਖਾਰੀ ਛੱਡ ਕੇ ਬਾਕੀ ਦੇ 17 ਰਾਗਾਂ ਵਿੱਚ ਗੁਰੂ ਅਮਰਦਾਸ ਜੀ ਨੇ ਬਾਣੀ ਲਿਖੀ ਹੈ। ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਵਰਤੇ ਇਹਨਾਂ ਰਾਗਾਂ ਤੋਂ ਛੁੱਟ ਕੋਈ ਇੱਕ ਵੀ ਹੋਰ ਨਵਾਂ ਰਾਗ ਨਹੀਂ ਵਰਤਿਆ। ਇਹ ਅਨੋਖੀ ਸਾਂਝ ਤਦੋਂ ਹੀ ਸੰਭਵ ਹੋ ਸਕਦੀ ਸੀ ਜੇ ਗੁਰੂ ਅਮਰਦਾਸ ਜੀ ਪਾਸ ਗੁਰੂ ਨਾਨਕ ਸਾਹਿਬ ਜੀ ਦੀ ਇਹਨਾਂ 17 ਰਾਗਾਂ ਵਿੱਚ ਲਿਖੀ ਬਾਣੀ ਮੌਜੂਦ ਹੋਵੇ। ਐਵੇਂ ਸਬੱਬ ਨਾਲ ਦੋਹਾਂ ਗੁਰ ਵਿਅਕਤੀਆਂ ਦੇ ਵਰਤੇ ਰਾਗ ਆਪੋ ਵਿੱਚ ਮੇਲ ਨਹੀਂ ਖਾ ਗਏ। ਇਤਰਾਜ਼ ਕਰਨ ਵਾਲੇ ਸੱਜਣ ਦੀ ਸ਼ਾਇਦ ਇਤਨੀ ਗੱਲ ਨਾਲ ਤਸੱਲੀ ਨਾ ਹੋਵੇ। ਇਸ ਵਾਸਤੇ ਅਸੀਂ ਇਹਨਾਂ ਵਿੱਚੋਂ ਹਰੇਕ ਰਾਗ ਵਿੱਚ ਲਿਖੀ ਦੋਹਾਂ ਗੁਰ ਵਿਅਕਤੀਆਂ ਦੀ ਬਾਣੀ ਪੇਸ਼ ਕਰਕੇ ਡੂੰਘੀ ਸਾਂਝ ਵਿਖਾਵਾਂਗੇ। ਨੰਬਰ 1, ਸ੍ਰੀ ਰਾਗ। ਊੜਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ 33 ਸ਼ਬਦ ਹਨ। ਇਹਨਾਂ ਦੀਆਂ ਰਹਾਉ ਦੀਆਂ ਤੁਕਾਂ ਵੇਖੋ। ਇਹਨਾਂ ਵਿੱਚੋਂ 10 ਸ਼ਬਦ ਐਸੇ ਹਨ ਜਿਨ੍ਹਾਂ ਦੀਆਂ ਇਹ ਤੁਕਾਂ ਹੇਠ ਲਿਖੇ ਲਫ਼ਜ਼ਾਂ ਨਾਲ ਸ਼ੁਰੂ ਹੁੰਦੀਆਂ ਹਨ। ਨੰਬਰ 1, ਮਨ ਰੇ। ਨੰਬਰ 2, ਭਾਈ ਰੇ। ਨੰਬਰ 3, ਮੇਰੇ ਮਨ। ਨੰਬਰ 4, ਮੁੰਦੇ। ਹੁਣ ਗੁਰੂ ਅਮਰਦਾਸ ਜੀ ਦੇ ਸ਼ਬਦ ਵੇਖੋ। ਇਹ ਗਿਣਤੀ 31 ਹਨ। ਇਹਨਾਂ ਵਿੱਚੋਂ 28 ਸ਼ਬਦ ਐਸੇ ਹਨ ਜਿਨ੍ਹਾਂ ਦੀਆਂ ਰਹਾਉ ਦੀਆਂ ਤੁਕਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ ਵਰਤੇ ਲਫ਼ਜ਼ ਮਿਲਦੇ ਹਨ। ਨੰਬਰ 1, ਮਨ ਰੇ 5 ਸ਼ਬਦ। ਨੰਬਰ 2, ਮੇਰੇ ਮਨ ਜਾਂ ਮਨ ਮੇਰੇ 12 ਸ਼ਬਦ। ਨੰਬਰ 3, ਭਾਈ ਰੇ 9 ਸ਼ਬਦ ਤੇ ਨੰਬਰ 4, ਮੁੰਦੇ 2 ਸ਼ਬਦ। ਦੋਹਾਂ ਗੁਰ ਵਿਅਕਤੀਆਂ ਦੇ ਸ਼ਬਦਾਂ ਦੀਆਂ ਤੁਕਾਂ ਪੜ੍ਹ ਕੇ ਵੇਖੋ। ਆਮ ਤੌਰ ਤੇ ਇੱਕੋ ਜਿਹੀਆਂ ਲੰਮੀਆਂ ਤੁਕਾਂ ਹਨ, ਜਿਵੇਂ ਮਹੱਲਾ ਪਹਿਲਾ। ਨੰਬਰ 1, ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ। ਨੰਬਰ 2, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ। ਨੰਬਰ 3, ਆਪੇ ਰਸੀਆ ਆਪ ਰਸ, ਆਪੇ ਰਾਵਣਹਾਰ। ਨੰਬਰ 4, ਅਮਰ ਗਲੋਲਾ ਕੂੜਕਾ, ਦਿੱਤਾ ਦੇਵਨਹਾਰ। ਮਹਲਾ ਤੀਜਾ। ਨੰਬਰ 1, ਹਉ ਸਤਿਗੁਰ ਸੇਵੀ ਆਪਣਾ, ਏਕ ਮਨ ਏਕ ਚਿਤ ਪਾਏ। ਨੰਬਰ 2, ਜਿਸ ਹੀ ਕੀ ਸਿਰਕਾਰ ਹੈ, ਤਿਸ ਹੀ ਕਾ ਸਭ ਕੋਏ। ਨੰਬਰ 3, ਜਿਨੀ ਸੁਣ ਕੇ ਮੰਨਿਆ, ਤਿਨਾ ਨਿਜ ਘਰ ਵਾਸ। ਨੰਬਰ 4, ਸੁਖ ਸਾਗਰ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਨੋਟ: ਗੁਰੂ ਰਾਮਦਾਸ ਜੀ ਦੇ ਸ਼ਬਦਾਂ ਵਿੱਚ ਵੀ ਇਹ ਸਾਂਝ ਮਿਲਦੀ ਹੈ। ਉਹਨਾਂ ਦੇ ਕੁੱਲ 6 ਸ਼ਬਦ ਹਨ, ਜਿਨ੍ਹਾਂ ਵਿੱਚੋਂ 2 ਸ਼ਬਦਾਂ ਦੀਆਂ ਰਹਾਉ ਦੀਆਂ ਤੁਕਾਂ ਲਫ਼ਜ਼ ਭਾਈ ਰੇ ਨਾਲ ਸ਼ੁਰੂ ਹੁੰਦੀਆਂ ਹਨ। ਤੁਕਾਂ ਦੀ ਲੰਬਾਈ ਵੀ ਉਹੋ ਜਿਹੀ ਹੈ ਜੈਸੀ ਅਸੀਂ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਅਮਰਦਾਸ ਜੀ ਦੇ ਸ਼ਬਦਾਂ ਵਿੱਚ ਵੇਖ ਆਏ ਹਾਂ। ਗੁਰੂ ਅਰਜਨ ਸਾਹਿਬ ਦੇ ਸ਼ਬਦਾਂ ਵਿੱਚ ਵੀ ਇਹ ਉੱਪਰ ਲਿਖੀਆਂ ਸਾਂਝੀਆਂ ਗੱਲਾਂ ਮਿਲਦੀਆਂ ਹਨ। ਐੜਾ ਅਸ਼ਟਪਦੀਆਂ। ਗੁਰੂ ਨਾਨਕ ਦੇਵ ਜੀ ਦੀਆਂ 17 ਅਸ਼ਟਪਦੀਆਂ ਹਨ। ਸਭ ਦੀਆਂ ਲੰਬੀਆਂ ਤੁਕਾਂ ਹਨ। 17 ਅਸ਼ਟਪਦੀਆਂ ਵਿੱਚੋਂ 16 ਦੇ 3 ਤੁਕੇ ਬੰਦ ਹਨ ਅਤੇ 1 ਦੇ 2 ਤੁਕੇ। ਗੁਰੂ ਅਮਰਦਾਸ ਜੀ ਦੀਆਂ 8 ਅਸ਼ਟਪਦੀਆਂ ਹਨ। ਤੁਕਾਂ ਲੰਬੀਆਂ ਹਨ। 6 ਅਸ਼ਟਪਦੀਆਂ ਦੇ 3 ਤੁਕੇ ਹਨ ਅਤੇ 2 ਦੇ 2 ਤੁਕੇ। ਇਹਨਾਂ ਦੀਆਂ ਰਹਾਉ ਦੀਆਂ ਤੁਕਾਂ ਵਿੱਚ ਵੀ ਉਹੀ ਸਾਂਝ ਹੈ ਜੋ ਅਸੀਂ ਸ਼ਬਦਾਂ ਵਿੱਚ ਵੇਖ ਆਏ ਹਾਂ। ਸ਼ੁਰੂ ਵਿੱਚ ਲਫ਼ਜ਼ ਭਾਈ ਰੇ ਅਤੇ ਮਨ ਰੇ ਆਦਿਕ ਵਰਤੇ ਹੋਏ ਹਨ।
ਲਫ਼ਜ਼ ਭਾਈਰੇ ਵਾਲੀ ਸਾਂਝ ਸਧਾਰਨ ਜਿਹੀ ਨਹੀਂ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ 28 ਸ਼ਬਦ ਅਸ਼ਟਪਦੀਆਂ ਹਨ, ਜਿਨ੍ਹਾਂ ਦੀ ਰਹਾਉ ਦੀ ਤੁਕ ਇਹਨਾਂ ਲਫ਼ਜ਼ਾਂ ਨਾਲ ਸ਼ੁਰੂ ਹੁੰਦੀ ਹੈ। ਇਹਨਾਂ ਵਿੱਚ ਇਕੱਲੇ ਸ੍ਰੀ ਰਾਗ ਵਿੱਚ ਹੀ 25 ਸ਼ਬਦ ਅਸ਼ਟਪਦੀਆਂ ਇਹਨਾਂ ਤੁਕਾਂ ਵਾਲੇ ਹਨ। 17 ਅਸ਼ਟਪਦੀਆਂ ਵਿੱਚੋਂ 6 ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇਹ ਲਫ਼ਜ਼ ਵਰਤੇ ਹਨ। ਗੁਰੂ ਅਮਰਦਾਸ ਜੀ ਨੇ 8 ਅਸ਼ਟਪਦੀਆਂ ਵਿੱਚ 3 ਵਾਰੀ ਸ਼ਬਦ ਤੇ ਅਸ਼ਟਪਦੀਆਂ ਰਲਾ ਕੇ ਵੇਖਿਆ। ਇਹਨਾਂ ਲਫ਼ਜ਼ਾਂ ਦੀ ਵਰਤੋਂ ਇਉਂ ਮਿਲਦੀ ਹੈ: ਮਹੱਲਾ ਪਹਿਲਾ 9 ਵਾਰੀ, ਮਹੱਲਾ ਤੀਜਾ 11 ਵਾਰੀ। ਸਿਰਫ ਇਤਨੀ ਸਾਂਝ ਹੀ ਇਹ ਨਿਸ਼ਚਾ ਕਰਨ ਲਈ ਕਾਫੀ ਹੈ ਕਿ ਸ੍ਰੀ ਰਾਗ ਵਿੱਚ ਲਿਖੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਸੀ। ਈੜੀ ਪਹਿਰੇ। ਇਸ ਸਿਰਲੇਖ ਵਾਲੀ ਬਾਣੀ ਗੁਰੂ ਨਾਨਕ ਸਾਹਿਬ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਦੀ ਹੈ। ਤੁਕਾਂ ਦੀ ਲੰਬਾਈ ਇੱਕੋ ਜਿਹੀ ਹੈ, ਮਜ਼ਮੂਨ ਰਲਦਾ ਹੈ, ਕਈ ਲਫ਼ਜ਼ ਵੀ ਸਾਂਝੇ ਹਨ, ਸਿਰਲੇਖ ਵੀ ਸਾਂਝਾ ਹੈ। ਇਥੋਂ ਸਾਫ਼ ਸਪਸ਼ਟ ਹੈ ਕਿ ਗੁਰੂ ਰਾਮਦਾਸ ਜੀ ਦੇ ਪਾਸ ਵੀ ਗੁਰੂ ਨਾਨਕ ਸਾਹਿਬ ਜੀ ਦੀ ਇਸ ਰਾਗ ਦੀ ਬਾਣੀ ਮੌਜੂਦ ਸੀ। ਸ਼ਬਦਾਂ ਵਾਲੀ ਸਾਂਝ ਅਸੀਂ ਉੱਪਰ ਵੇਖ ਆਏ ਹਾਂ। ਵੰਨਗੀ ਦੇ ਤੌਰ ਤੇ ਪਹਿਰਿਆਂ ਦੀ ਬਾਣੀ ਵਿੱਚੋਂ ਇੱਕ ਇੱਕ ਬੰਦ ਪੇਸ਼ ਕੀਤਾ ਜਾਂਦਾ ਹੈ। ਸ੍ਰੀ ਰਾਗ ਪਹਿਰੇ। ਮਹੱਲਾ ਪਹਿਲਾ। ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੇ, ਉਰਦ ਧਿਆਨ ਲਿਵ ਲਾਗਾ, ਨਾਮਰ ਜਾਦ ਆਇਆ ਕਲ ਪੀਤਰ, ਬਹੁੜ ਜਾਸੀ ਨਾਂਗਾ, ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹੁਕਮ ਪਿਆ ਗਰਭਾਸ। ਸ੍ਰੀ ਰਾਗ ਮਹੱਲਾ ਚੌਥਾ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹਰ ਪਾਇਆ ਉਦਰ ਮਝਾਰ, ਹਰ ਧਿਆਵੇ ਹਰ ਉਚਰੇ ਵਣਜਾਰਿਆ ਮਿੱਤਰਾ, ਹਰ ਹਰ ਨਾਮ ਸਮਾਰ, ਹਰ ਹਰ ਨਾਮ ਜਪੇ ਆਰਾਧੇ, ਵਿੱਚ ਅਗਨੀ ਹਰ ਜਪ ਜੀਵਿਆ, ਬਾਹਰ ਜਨਮ ਭਇਆ ਮੁਖ ਲਾਗਾ, ਸਰਸੇ ਪਿਤਾ ਮਾਤ ਥੀਵਿਆ, ਜਿਸ ਕੀ ਵਸਤ ਤਿਸ ਚੇਤੋ ਪ੍ਰਾਣੀ, ਕਰ ਹਿਰਦੇ ਗੁਰਮੁਖ ਵਿਚਾਰ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹਰ ਜਪੀਏ ਕਿਰਪਾ ਧਾਰ। ਜਿਉਂ-ਜਿਉਂ ਇਹਨਾਂ ਦੋਹਾਂ ਬਾਣੀਆਂ ਨੂੰ ਗਹੁ ਨਾਲ ਪੜ੍ਹੋਗੇ, ਬੜੀ ਦਿਲਚਸਪ ਡੂੰਘੀ ਸਾਂਝ ਲਫ਼ਜ਼ਾਂ ਦੀ ਤੇ ਖਿਆਲਾਂ ਦੀ ਮਿਲੇਗੀ ਤੇ ਇਹ ਸਾਂਝ ਸਵਾਬ ਨਾਲ ਨਹੀਂ ਬਣ ਗਈ। ਨੰਬਰ 2 ਰਾਗ ਮਾਝ। ਸ੍ਰੀ ਰਾਗ ਦੀਆਂ ਅਸ਼ਟਪਦੀਆਂ ਤੇ ਮਾਝ ਦੀਆਂ ਅਸ਼ਟਪਦੀਆਂ ਰਤਾ ਧਿਆਨ ਨਾਲ ਪੜ੍ਹ ਕੇ ਵੇਖੋ। ਸ੍ਰੀ ਰਾਗ ਵਿੱਚ ਸਭ ਦੀਆਂ ਦੋਹਰੇ ਵਾਂਗ ਇੱਕੋ ਜਿਹੀਆਂ ਲੰਮੀਆਂ ਤੁਕਾਂ ਹਨ, ਪਰ ਮਾਝ ਵਿੱਚ ਤੁਕਾਂ ਦੀ ਬਨਾਵਟ ਅਨੋਖੀ ਜਿਹੀ ਹੈ। ਹਰੇਕ ਅਸ਼ਟਪਦੀ ਵਿੱਚ ਪਹਿਲੀਆਂ 2 ਤੁਕਾਂ ਚੌਪਈ ਵਰਗੀਆਂ ਛੋਟੀਆਂ ਹਨ ਤੇ ਤੀਜੀ ਤੁਕ ਲੰਮੀ ਹੈ। ਤੀਜੀ ਤੁਕ ਦਾ ਅਖੀਰਲਾ ਲਫ਼ਜ਼ ਵੀ ਰਤਾ ਗਹੁ ਨਾਲ ਵੇਖਣਾ, ਆਵਣਿਆ, ਬਖਸ਼ਾਵਣਿਆ ਆਦਿਕ ਲਫ਼ਜ਼ ਹਰੇਕ ਬੰਦ ਦੇ ਅਖੀਰ ਵਿੱਚ ਹਨ। ਇਸ ਰਾਗ ਵਿੱਚ ਹਰੇਕ ਗੁਰਵਿਅਕਤੀ ਦੀਆਂ ਅਸ਼ਟਪਦੀਆਂ ਦੀ ਗਿਣਤੀ ਇਉਂ ਹੈ: ਮਹੱਲਾ ਪਹਿਲਾ 1 ਅਸ਼ਟਪਦੀ, ਮਹੱਲਾ ਤੀਜਾ 13, ਮਹੱਲਾ ਚੌਥਾ 1, ਮਹੱਲਾ ਪੰਜਵਾਂ 4 ਅਸ਼ਟਪਦੀਆਂ। ਸਭਨਾਂ ਦੇ ਬੰਦ ਇੱਕੋ ਜਿਹੇ ਹਨ। ਇਹ ਸਾਂਝ ਵੀ ਸਾਡੇ ਇਸੇ ਯਕੀਨ ਨੂੰ ਪੱਕਾ ਕਰਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਗੁਰੂ ਅਮਰਦਾਸ ਜੀ ਪਾਸ ਮੌਜੂਦ ਸੀ। ਉਹਨਾਂ ਤੋਂ ਅਗਾਂਹ ਸਿਲਸਿਲੇਵਾਰ ਪਹੁੰਚਦੀ ਗਈ। ਵੰਨਗੀ ਵਾਸਤੇ ਹਰੇਕ ਗੁਰੂ ਦੀ ਅਸ਼ਟਪਦੀ ਵਿੱਚੋਂ ਇੱਕ ਇੱਕ ਬੰਦ ਦਿੱਤਾ ਜਾਂਦਾ ਹੈ। ਮਹੱਲਾ ਪਹਿਲਾ। ਸ਼ਬਦ ਰੰਗਾਏ ਹੁਕਮ ਸਬਾਏ, ਸੱਚੀ ਦਰਗਾਹ ਮਹਿਲ ਬੁਲਾਏ, ਸੱਚੇ ਦੀਨ ਦਿਆਲ ਮੇਰੇ ਸਾਹਿਬਾ, ਸੱਚੇ ਮਨ ਪਤਿਆ ਬਣਿਆ। ਮਹੱਲਾ ਤੀਜਾ। ਕਰਮ ਹੋਵੇ ਸਤ ਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿਤ ਲਾਏ, ਹਉਮੈ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾਵਣਿਆ। ਮਹੱਲਾ ਚੌਥਾ। ਆਦ ਪੁਰਖ ਅਪਰੰਪਰ ਆਪੇ, ਆਪੇ ਥਾਪੇ ਥਾਪ ਉਥਾਪੇ, ਸਭ ਮੈਂ ਵਰਤੈ ਏਕੋ ਸੋਈ, ਗੁਰਮੁਖ ਸ਼ੋਭਾ ਪਾਵਣਿਆ। ਮਹੱਲਾ ਪੰਜਵਾਂ। ਅੰਤਰ ਅਲਖ ਨ ਜਾਈ ਲਖਿਆ, ਨਾਮ ਰਤਨ ਲੈ ਗੁੱਜਾ ਰਖਿਆ, ਅਗੰਮ ਅਗੋਚਰ ਸਭ ਤੇ ਊਚਾ, ਗੁਰ ਕੇ ਸ਼ਬਦ ਲਖਾਵਣਿਆ। ਨੰਬਰ 3 ਰਾਗ ਗੌੜੀ। ਭਾਗ ਊੜਾ ਸ਼ਬਦ। ਗੁਰੂ ਨਾਨਕ ਸਾਹਿਬ ਜੀ ਨੇ ਗੌੜੀ ਦੀਆਂ ਹੇਠ ਲਿਖੀਆਂ ਕਿਸਮਾਂ ਵਿੱਚ ਸ਼ਬਦ ਲਿਖੇ ਹਨ: ਗੁਆਰੇਰੀ, ਦੱਖਣੀ, ਚੇਤੀ, ਬੈਰਾਗਣ, ਪੂਰਬੀ। ਗੁਰੂ ਅਮਰਦਾਸ ਜੀ ਨੇ ਵੀ ਗੌੜੀ ਗੁਆਰੇਰੀ ਅਤੇ ਗੌੜੀ ਬੈਰਾਗਣ ਵਿੱਚ ਸ਼ਬਦ ਲਿਖੇ ਹਨ।
ਗੌੜੀ ਗਵਾਰੇਰੀ ਵਿੱਚ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਅਮਰਦਾਸ ਜੀ ਦੇ ਸ਼ਬਦਾਂ ਦੀਆਂ ਤੁਕਾਂ ਦੀ ਲੰਬਾਈ ਧਿਆਨ ਨਾਲ ਵੇਖੋ। ਸਾਰੇ ਸ਼ਬਦਾਂ ਦੀਆਂ ਛੋਟੀਆਂ ਤੁਕਾਂ ਹਨ, ਚੌਪਈ ਵਰਗੀਆਂ। ਗੌੜੀ ਗਵਾਰੇਰੀ ਮਹੱਲਾ ਪਹਿਲਾ। ਭਉ ਮੁਚ ਭਾਰਾ ਵੱਡਾ ਤੋਲ, ਡਰ ਘਰ ਘਰ ਡਰ, ਡਰ ਡਰ ਜਾਏ। ਮਾਤਾ ਮਤ ਪਿਤਾ ਸੰਤੋਖ, ਪੌਣੇ ਪਾਣੀ ਅਗਨੀ ਕਾ ਮੇਲ। ਗੌੜੀ ਗਵਾਰੇਰੀ ਮਹੱਲਾ ਤੀਜਾ। ਗੁਰ ਮਿਲਿਆ ਹਰ ਮੇਲਾ ਹੋਈ, ਗੁਰ ਤੇ ਗਿਆਨ ਪਾਏ ਜਨ ਕੋਏ। ਸੋ ਥਾਉ ਸੱਚ ਮਨ ਨਿਰਮਲ ਹੋਏ, ਗਾਵਤ ਰਹੇ ਜੇ ਸਤਿਗੁਰ ਭਾਵੈ ਰਹਾਉ। ਮਨ ਮਾਰੇ ਧਾਤ ਮਰ ਜਾਏ, ਸੱਚ ਅਮਰ ਸੱਚਾ ਪਾਤਸ਼ਾਹ। ਗਵਾਰੇਰੀ ਵਿੱਚ ਗੁਰੂ ਅਮਰਦਾਸ ਜੀ ਦੇ 14 ਸ਼ਬਦ ਹਨ। ਸਭਨਾਂ ਦੀਆਂ ਤੁਕਾਂ ਛੋਟੀਆਂ ਹਨ, ਜਿਵੇਂ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਦੀਆਂ। ਗੌੜੀ ਬੈਰਾਗਣ ਵਿੱਚ ਗੁਰੂ ਨਾਨਕ ਸਾਹਿਬ ਦੇ 2 ਸ਼ਬਦ ਹਨ। ਤੁਕਾਂ ਲੰਬੀਆਂ ਵਰਤੀਆਂ ਹਨ, ਦੋਹਰੇ ਵਰਗੀਆਂ, ਜਿਵੇਂ ਨੰਬਰ 1 ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਨੰਬਰ 2 ਹਰਣੀ ਹੋਵਾਂ ਬਨ ਬਸਾਂ, ਕੰਦ ਮੂਲ ਚੁਣ ਖਾਂ। ਗੁਰੂ ਅਮਰਦਾਸ ਜੀ ਨੇ ਬੈਰਾਗਣ ਵਿੱਚ 4 ਸ਼ਬਦ ਲਿਖੇ ਹਨ। ਚੌਹਾਂ ਵਿੱਚ ਹੀ ਤੁਕਾਂ ਲੰਬੀਆਂ ਹਨ, ਜਿਵੇਂ ਨੰਬਰ 1 ਨਾਨਕ ਤਤ ਤਤ ਸਿਉ ਮਿਲਿਆ, ਪੁਨਰਪ ਜਨਮ ਨ ਆਹੀ। ਨੰਬਰ 2 ਪਈੜੇ ਦਿਨ 4 ਹੈ, ਹਰ ਹਰ ਲਿਖਿਆ ਪਾਏ। ਨੰਬਰ 3 ਸਭ ਜਗ ਕਾਲੇ ਵਸ ਹੈ, ਬਾਂਧਾ ਦੂਜੇ ਪਾਏ। ਨੰਬਰ 4 ਸਤਿਗੁਰ ਤੇ ਗਿਆਨ ਪਾਇਆ, ਹਰ ਤਤ ਵਿਚਾਰਾ। ਐੜਾ ਅਸ਼ਟਪਦੀਆਂ। ਗੁਰੂ ਨਾਨਕ ਦੇਵ ਜੀ ਨੇ ਅਸ਼ਟਪਦੀਆਂ ਸਿਰਫ ਗਵਾਰੇਰੀ ਅਤੇ ਬੈਰਾਗਣ ਵਿੱਚ ਲਿਖੀਆਂ ਹਨ। ਗੁਰੂ ਅਮਰਦਾਸ ਜੀ ਨੇ ਵੀ ਇਹਨਾਂ ਵਿੱਚ ਹੀ। ਗੁਰੂ ਨਾਨਕ ਸਾਹਿਬ ਜੀ ਦੀਆਂ ਗਵਾਰੇਰੀ ਵਿੱਚ 16 ਅਸ਼ਟਪਦੀਆਂ ਹਨ। ਤੁਕਾਂ ਸਭ ਛੋਟੀਆਂ ਹਨ। ਗੁਰੂ ਅਮਰਦਾਸ ਜੀ ਦੀਆਂ 8 ਹਨ। ਤੁਕਾਂ ਇਹਨਾਂ ਦੀਆਂ ਵੀ ਛੋਟੀਆਂ ਹਨ। ਇੱਥੇ ਇੱਕ ਹੋਰ ਸਵਾਦਲੀ ਸਾਂਝ ਵੀ ਹੈ। ਗੁਰੂ ਨਾਨਕ ਸਾਹਿਬ ਜੀ ਦੀਆਂ 16 ਅਸ਼ਟਪਦੀਆਂ ਵਿੱਚ ਚੌ ਤੁਕੇ ਬੰਦ 2, ਤੇ ਤੁਕੇ 9, 2 ਤੁਕੇ 5 ਹਨ। ਗੁਰੂ ਅਮਰਦਾਸ ਜੀ ਨੇ ਵੀ ਚੌ ਤੁਕੇ 1, ਤੇ ਤੁਕੇ 6, 2 ਤੁਕੇ 1 ਲਿਖੇ ਹਨ। ਬੈਰਾਗਣ ਵਿੱਚ ਗੁਰੂ ਨਾਨਕ ਸਾਹਿਬ ਜੀ ਦੀਆਂ 2 ਅਸ਼ਟਪਦੀਆਂ ਹਨ। ਸਭ ਦੇ ਬੰਦ 2 ਤੁਕੇ ਹਨ। ਇਹੀ 2 ਤੁਕੇ ਬੰਦ ਗੁਰੂ ਅਮਰਦਾਸ ਜੀ ਦੀ ਬੈਰਾਗਣ ਵਿੱਚ ਲਿਖੀ ਅਸ਼ਟਪਦੀ ਦੇ ਹਨ। ਈੜੀ ਛੰਤ। ਗੁਰੂ ਨਾਨਕ ਸਾਹਿਬ ਜੀ ਨੇ ਗੌੜੀ ਦੀ ਪੂਰਬੀ ਕਿਸਮ ਵਿੱਚ ਛੰਤ ਲਿਖੇ ਹਨ। ਗੁਰੂ ਅਮਰਦਾਸ ਜੀ ਨੇ ਵੀ ਪੂਰਬੀ ਵਿੱਚ ਹੀ ਲਿਖੇ ਹਨ। ਬਾਣੀ ਵਿੱਚ ਦੀ ਬੋਲੀ ਤੇ ਲਫ਼ਜ਼ਾਂ ਦਾ ਟਾਕਰਾ ਕਰਕੇ ਵੀ ਵੇਖੋ। ਸਾਫ਼ ਪਿਆ ਦਿਸੇਗਾ ਕਿ ਗੁਰੂ ਅਮਰਦਾਸ ਜੀ ਪਾਸ ਗੁਰੂ ਨਾਨਕ ਸਾਹਿਬ ਜੀ ਦੇ ਛੰਤ ਮੌਜੂਦ ਸਨ। ਛੰਤ ਮਹੱਲਾ ਪਹਿਲਾ। ਨੰਬਰ 1 ਮੁੰਦ ਰੈਣ ਦੁਹੇਲੜੀਆ ਜੀਓ, ਨੀਂਦ ਨਾ ਆਵੇ। ਨੰਬਰ 2 ਮੁੰਦ ਨਿਮਾਨੜੀਆਂ ਜੀਓ, ਬਿਨ ਧਣੀ ਪਿਆਰੇ। ਨੰਬਰ 3 ਸੁਣ ਨਾ ਪ੍ਰਭ ਜੀਓ, ਏਕਲੜੀ ਬਨ ਮਾਹੀ। ਛੰਤ ਮਹੱਲਾ ਤੀਜਾ। ਨੰਬਰ 1 ਧਨ ਰੈਣ ਸੁਹੇਲੜੀਏ ਜੀਓ, ਹਰ ਸਿਉ ਚਿਤ ਲਾਏ। ਨੰਬਰ 2 ਮੇਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਿਮਾਣੀ। ਨੰਬਰ 3 ਧਨ ਏਕਲੜੀ ਜੀਓ, ਬਿਨ ਨਹਾਂ ਪਿਆਰੇ। ਅਸਾਂ ਸਿਰਫ ਵੰਨਗੀ ਹੀ ਵਿਖਾਈ ਹੈ। ਇਹਨਾਂ ਛੰਤਾਂ ਦੀਆਂ ਤੁਕਾਂ ਹੋਰ ਗੌਰ ਨਾਲ ਪੜੋ। ਵੇਖੋ ਕਿਤਨੀ ਡੂੰਘੀ ਸਾਂਝ ਹੈ ਲਫ਼ਜ਼ਾਂ ਦੀ ਤੇ ਖਿਆਲਾਂ ਦੀ ਤੇ ਬਿਰਹੋਂ ਦੇ ਹੁਲਾਰੇ ਦੀ, ਕਿ ਅਜੇ ਵੀ ਇਹ ਨਿਸ਼ਚਾ ਨਹੀਂ ਬਣਿਆ ਕਿ ਗੁਰੂ ਨਾਨਕ ਸਾਹਿਬ ਜੀ ਦੀ ਗੌੜੀ ਰਾਗ ਦੀ ਸਾਰੀ ਬਾਣੀ ਗੁਰੂ ਅਮਰਦਾਸ ਜੀ ਦੇ ਕੋਲ ਮੌਜੂਦ ਸੀ। ਨੰਬਰ 4 ਆਸਾ। ਊੜਾ ਅਸ਼ਟਪਦੀਆਂ। ਗੁਰੂ ਨਾਨਕ ਸਾਹਿਬ ਜੀ ਦੀਆਂ ਅਸ਼ਟਪਦੀਆਂ ਘਰ 2, 3 ਅਤੇ 8 ਵਿੱਚ ਹਨ। ਇਹਨਾਂ ਵਿੱਚ ਘਰ 3 ਦੀਆਂ ਅਸ਼ਟਪਦੀਆਂ ਖਾਸ ਉਚੇਚੀਆਂ ਹਨ, ਜਿਨ੍ਹਾਂ ਵਿੱਚ ਉਸ ਅਤਿਆਚਾਰ ਦਾ ਜ਼ਿਕਰ ਹੈ ਜੋ ਬਾਬਰ ਦੀ ਫੌਜ ਨੇ ਸੈਦਪੁਰ ਵਿੱਚ ਕੀਤਾ ਸੀ। ਬਾਕੀ ਸਧਾਰਨ ਮਜ਼ਮੂਨ ਵਾਲੀਆਂ ਅਸ਼ਟਪਦੀਆਂ ਘਰ 2 ਅਤੇ 8 ਵਿੱਚ ਹਨ। ਗੁਰੂ ਅਮਰਦਾਸ ਜੀ ਦੀਆਂ ਲਿਖੀਆਂ ਅਸ਼ਟਪਦੀਆਂ ਵੀ ਘਰ 2 ਅਤੇ 8 ਵਿੱਚ ਹੀ ਹਨ। ਪਰ ਘਰ 8 ਦੀਆਂ ਅਸ਼ਟਪਦੀਆਂ ਵਿੱਚ ਇੱਕ ਹੋਰ ਅਨੋਖੀ ਸਾਂਝ ਹੈ, ਜੋ ਬਦੋ ਬਦੀ ਇਸ ਨਤੀਜੇ ਤੇ ਪੜਾਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀਆਂ ਇਹ ਅਸ਼ਟਪਦੀਆਂ ਗੁਰੂ ਅਮਰਦਾਸ ਜੀ ਪਾਸ ਮੌਜੂਦ ਸਨ। ਉਹ ਸਾਂਝ ਇਹ ਹੈ ਕਿ ਘਰ 8 ਦੀਆਂ ਅਸ਼ਟਪਦੀਆਂ ਵਿੱਚ ਨਿਰਾ ਆਸਾ ਰਾਗ ਨਹੀਂ ਹੈ। ਆਸਾ ਤੇ ਕਾਫੀ 2 ਰਾਗ ਇਕੱਠੇ ਵਰਤੇ ਹੋਏ ਹਨ। ਗੁਰੂ ਅਮਰਦਾਸ ਜੀ ਨੇ ਵੀ ਉਹੀ ਕੁਝ ਕੀਤਾ ਜੋ ਗੁਰੂ ਨਾਨਕ ਸਾਹਿਬ ਜੀ ਨੇ। ਘਰ ਤੇ ਰਾਗ ਦੋਵੇਂ ਹੀ ਸਾਂਝੇ ਹਨ। ਐੜਾ ਪੱਟੀ। ਆਸਾ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦਾਂ ਅਸ਼ਟਪਦੀਆਂ ਤੋਂ ਇਲਾਵਾ ਇੱਕ ਉਚੇਚੀ ਬਾਣੀ ਲਿਖੀ ਹੈ, ਜਿਸ ਦਾ ਸਰਲੇਖ ਹੈ ਪੱਟੀ।
ਗੁਰਮੁਖੀ ਲਿਪੀ ਦੇ ਅੱਖਰਾਂ ਅਨੁਸਾਰ ਇਹ ਬਾਣੀ ਹੈ। ਗੁਰੂ ਅਮਰਦਾਸ ਜੀ ਨੇ ਵੀ ਇਸੇ ਹੀ ਨਾਮ ਦੀ ਇਸੇ ਹੀ ਰਾਗ ਵਿੱਚ ਬਾਣੀ ਲਿਖੀ ਹੈ। ਇਹਨਾਂ ਦੋਹਾਂ ਪੱਟੀਆਂ ਦੇ ਰਹਾਉ ਦੇ ਬੰਦ ਪੜ੍ਹ ਵੇਖੋ, ਤੁਹਾਨੂੰ ਪ੍ਰਤੱਖ ਪਿਆ ਦਿਸੇਗਾ ਕਿ ਦੋਹਾਂ ਪੱਟੀਆਂ ਵਿੱਚ ਸਾਂਝ ਹੈ, ਜੋ ਤਾਹੀਓ ਬਣ ਸਕੀ ਜੇ ਗੁਰੂ ਨਾਨਕ ਸਾਹਿਬ ਜੀ ਦੀ ਪੱਟੀ ਗੁਰੂ ਅਮਰਦਾਸ ਜੀ ਦੇ ਸਾਹਮਣੇ ਸੀ। ਮਹੱਲਾ ਪਹਿਲਾ। ਮਨ ਕਾਹੇ ਭੂਲੇ ਮੂੜ ਮਨਾ, ਜਬ ਲੇਖਾ ਦੇਵੇਂ ਬੀਰਾ, ਤੋ ਪੜਿਆ ਰਹਾਉ। ਮਹੱਲਾ ਤੀਜਾ। ਮਨ ਐਸਾ ਲੇਖਾ ਤੂੰ ਕੀ ਪੜਿਆ, ਲੇਖਾ ਦੇਣਾ ਤੇਰੇ ਸਿਰ ਰਿਹਾ ਰਹਾਉ। ਦੋਹਾਂ ਵਿੱਚ ਮਨ ਨੂੰ ਸੰਬੋਧਨ ਕੀਤਾ ਹੈ। ਅੱਖਰੀ ਵਿਦਿਆ ਪੜ੍ਹਨ ਦਾ ਜ਼ਿਕਰ ਹੈ। ਲਫ਼ਜ਼ ਪੜ੍ਹਿਆ ਦੋਹਾਂ ਵਿੱਚ ਆਉਂਦਾ ਹੈ। ਕੀਤੇ ਕਰਮਾਂ ਦਾ ਲੇਖਾ ਵੀ ਦੋਹਾਂ ਵਿੱਚ ਜਿਤਲਾਇਆ ਹੈ। ਦੋਹਾਂ ਵਿੱਚ ਖਿਆਲ ਹੂ ਬਹੂ ਇੱਕੋ ਹੀ ਹੈ। ਈੜੀ ਸ਼ੰਤ। ਗੁਰੂ ਨਾਨਕ ਦੇਵ ਜੀ ਨੇ ਇਸ ਰਾਗ ਦੇ ਸ਼ੰਤ ਘਰ 1, 2 ਅਤੇ 3 ਵਿੱਚ ਲਿਖੇ ਹਨ। ਗੁਰੂ ਅਮਰਦਾਸ ਜੀ ਨੇ ਘਰ ਪਹਿਲਾ ਅਤੇ ਤੀਜਾ ਵਿੱਚ ਦੋਹਾਂ ਗੁਰ ਵਿਅਕਤੀਆਂ ਦੇ ਘਰ ਪਹਿਲਾ ਸ਼ੰਤਾਂ ਦੀ ਬੋਲੀ ਰਲਾ ਕੇ ਵੇਖੋ। ਸਭ ਤੋਂ ਪਹਿਲੀ ਸਾਂਝ ਇਹ ਹੈ ਕਿ ਘਰ 1 ਦੇ ਸ਼ੰਤਾਂ ਦੇ ਹਰੇਕ ਬੰਦ ਦੀਆਂ ਪਹਿਲੀਆਂ 2 ਤੁਕਾਂ ਦੇ ਅਖੀਰ ਵਿੱਚ ਲਫ਼ਜ਼ ਰਾਮ ਵਰਤਿਆ ਹੈ। ਘਰ ਦੂਜੇ ਦੇ ਸ਼ੰਤ ਵਿੱਚ ਇਹ ਗੱਲ ਨਹੀਂ ਹੈ। ਮਹੱਲਾ ਪਹਿਲਾ। ਨੰਬਰ 1। ਮੁੰਦ ਜੋਬਨ ਬਾਲੜੀਏ, ਮੇਰਾ ਪਿਰ ਰੜੀ ਆਲਾ ਰਾਮ। ਨੰਬਰ 2। ਮੁੰਦ ਸਹਿਜ ਸਲੋਨੜੀਏ, ਇੱਕ ਪ੍ਰੇਮ ਬੇਨੰਤੀ ਰਾਮ। ਨੰਬਰ 3। ਸਖੀ ਸਹੇਜੜੀਓ, ਮੇਰਾ ਪਿਰ ਵਣਜਾਰਾ ਰਾਮ। ਮਹੱਲਾ ਤੀਜਾ। ਨੰਬਰ 1। ਪਿਰ ਸੰਗ ਕਾਮਣ ਜਾਣਿਆ, ਗੁਰ ਮੇਲ ਮਲਾਈ ਰਾਮ। ਨੰਬਰ 2। ਸਾਧਨ ਮਨ ਆਨੰਦ ਭਇਆ, ਹਰ ਜੀਓ ਮੇਲ ਪਿਆਰੇ ਰਾਮ। ਹੁਣ ਲਫ਼ਜ਼ਾਂ ਦੀ ਸਾਂਝ ਵੇਖੋ। ਮਹੱਲਾ ਪਹਿਲਾ। ਹਮ ਘਰ ਸੱਚਾ ਸੋਹਿਲੜਾ, ਪ੍ਰਭ ਆਇੜੇ ਮੀਤਾ ਰਾਮ। ਧਨ ਪਿਰੇ ਮੇਲਾ ਹੋਏ ਸੁਆਮੀ, ਆਪ ਪ੍ਰਭ ਕਿਰਪਾ ਕਰੇ। ਸੇਜਾ ਸੁਹਾਵੀ ਸੰਗ ਪਿਰ ਕੇ, ਸਾਤ ਸਰ ਅੰਮ੍ਰਿਤ ਭਰੇ। ਮਹੱਲਾ ਤੀਜਾ। ਹਮ ਘਰੇ ਸਾਚਾ ਸੋਹਿਲਾ, ਸਾਚੇ ਸ਼ਬਦ ਸੁਹਾਇਆ ਰਾਮ। ਧਨ ਪਿਰ ਮੇਲ ਭਇਆ, ਪ੍ਰਭ ਆਪ ਮਿਲਾਇਆ ਰਾਮ। ਸੇਜ ਸੁਹਾਵੀ ਜਾਂ ਪਿਰ ਰਾਵੀ, ਮਿਲ ਪ੍ਰੀਤਮ ਅਵਗਣ ਨਸੇ। ਇੱਥੇ ਕਿਸੇ ਟੀਕਾ ਟਿੱਪਣੀ ਦੀ ਲੋੜ ਨਹੀਂ ਹੈ। ਸਾਂਝੇ ਲਫ਼ਜ਼ ਤੇ ਖਿਆਲ ਆਪ ਹੀ ਮੂੰਹੋਂ ਬੋਲ ਰਹੇ ਹਨ। ਨੋਟ। ਇਸ ਅੰਕ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਅਮਰਦਾਸ ਜੀ ਦੀ ਸਾਂਝ ਵੇਖ ਆਏ ਹਾਂ, ਪਰ ਲੰਘਦਿਆਂ ਗੁਰੂ ਰਾਮਦਾਸ ਜੀ ਦੇ ਸ਼ੰਤਾਂ ਵੱਲ ਵੀ ਧਿਆਨ ਮਾਰ ਲਵੋ। ਆਸਾ। ਮਹੱਲਾ ਪਹਿਲਾ। ਘਰ ਪਹਿਲਾ। ਅਨਹਦੋ ਅਨਹਦ ਵਾਜੈ, ਰੁਣ ਝੁਣਕਾਰੇ ਰਾਮ। ਮੇਰਾ ਮੇਰਾ ਮਨ ਰਾਤਾ, ਲਾਲ ਪਿਆਰੇ ਰਾਮ। ਗੁਰੂ ਨਾਨਕ ਸਾਹਿਬ ਜੀ ਦੇ 2 ਸ਼ੰਤਾਂ ਵਿੱਚ ਇੱਕੋ ਲਫ਼ਜ਼ ਦੁਹਰਾਇਆ ਗਿਆ ਹੈ, ਜਿਵੇਂ ਅਨਹਦੋ ਅਨਹਦ, ਮੇਰਾ ਮੇਰਾ ਮਨ। ਆਸਾ ਸ਼ੰਤ। ਮਹੱਲਾ ਚੌਥਾ। ਘਰ ਪਹਿਲਾ। ਜੀਵਨੋਂ ਮੈਂ ਜੀਵਨ ਪਾਇਆ, ਗੁਰਮੁਖ ਭਾਏ ਰਾਮ। ਹਰ ਨਾਮ ਦੇਵੈ, ਮੇਰੇ ਪ੍ਰਾਣ ਬਸਾਏ ਰਾਮ। ਇਹ ਵੀ ਇੱਕੋ ਲਫ਼ਜ਼ ਨੂੰ ਦੂਜੀ ਵਾਰ ਵਰਤਦੇ ਹਨ। ਜੀਵਨੋਂ ਜੀਵਨ, ਹਰ ਨਾਮ। ਇਸ ਤੋਂ ਇਲਾਵਾ ਮਹੱਲਾ ਪਹਿਲਾ। ਮੇਰੇ ਜੀੜਾ ਪਰਦੇਸੀਆ, ਕਿਤ ਪਵੇਂ ਜੰਜਾਲੇ ਰਾਮ। ਮਹੱਲਾ ਚੌਥਾ। ਘਰ ਪੰਜਵਾਂ। ਮੇਰੇ ਮਨ ਪਰਦੇਸੀਆ ਵੇ ਪਿਆਰੇ, ਆਓ ਕਰੇ। ਅਸਾਂ ਵੰਨਗੀ ਹੀ ਦਿੱਤੀ ਹੈ। ਗਉ ਨਾਲ ਪੜ੍ਹ ਕੇ ਆਪ ਵੀ ਬਥੇਰੀ ਸਾਂਝ ਲੱਭ ਲਵੋਗੇ। ਦੋਹਰੇ ਲਫ਼ਜ਼ ਵਰਤਣ ਦੀ ਸਾਂਝ ਗੁਰੂ ਅਰਜਨ ਸਾਹਿਬ ਦੇ ਸ਼ੰਤਾਂ ਵਿੱਚ ਵੀ ਮਿਲਦੀ ਹੈ। ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦਾ ਸਫਾ 452। ਨੰਬਰ 5। ਗੂਜਰੀ। ਊੜਾ ਸ਼ਬਦ। ਗੁਰੂ ਨਾਨਕ ਸਾਹਿਬ ਜੀ ਨੇ ਇਸ ਰਾਗ ਵਿੱਚ ਸਿਰਫ 2 ਸ਼ਬਦ ਲਿਖੇ ਹਨ ਤੇ ਘਰ ਪਹਿਲਾ ਵਰਤਿਆ ਹੈ। ਸ਼ਬਦਾਂ ਦੀਆਂ ਤੁਕਾਂ ਸ਼ਲੋਕ ਤੇ ਦੋਹਰੇ ਵਾਂਗ ਲੰਮੀਆਂ ਹਨ। ਗੁਰੂ ਅਮਰਦਾਸ ਜੀ ਨੇ ਵੀ ਘਰ ਪਹਿਲਾ ਹੀ ਵਰਤਿਆ ਹੈ ਤੇ ਸ਼ਬਦਾਂ ਦੀਆਂ ਤੁਕਾਂ ਲੰਮੀਆਂ ਹਨ। ਗੁਰੂ ਨਾਨਕ ਸਾਹਿਬ ਦੇ ਦੋਵੇਂ ਸ਼ਬਦ ਚੌਪਦੇ 4 ਬੰਦਾਂ ਵਾਲੇ ਹਨ। ਗੁਰੂ ਅਮਰਦਾਸ ਜੀ ਦੇ 7 ਸ਼ਬਦ ਹਨ, ਜਿਨ੍ਹਾਂ ਵਿੱਚੋਂ ਪਹਿਲੇ 5 ਚੌਪਦੇ ਹਨ ਅਤੇ ਅਖੀਰਲੇ 2 ਪੰਚਪਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਸ਼ਬਦ ਵਿੱਚ ਠਾਕੁਰ ਪੂਜਾ ਤੋਂ ਵਰਜ ਕੇ ਸਮਝਾਇਆ ਹੈ ਕਿ ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਗੁਰੂ ਅਮਰਦਾਸ ਜੀ ਨੇ ਵੀ ਦੂਜੇ ਸ਼ਬਦ ਵਿੱਚ ਪ੍ਰਭੂ ਤੋਂ ਬਿਨਾਂ ਹੋਰ ਸੇਵਾ ਪੂਜਾ ਵੱਲੋਂ ਵਰਜ ਕੇ ਫਰਮਾਇਆ ਹੈ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਏ ਜੀ। ਐੜਾ ਅਸ਼ਟਪਦੀਆਂ। ਗੁਰੂ ਨਾਨਕ ਸਾਹਿਬ ਜੀ ਦੀਆਂ ਅਸ਼ਟਪਦੀਆਂ ਘਰ ਪਹਿਲੇ ਵਿੱਚ ਹਨ।
ਗੁਰੂ ਅਮਰਦਾਸ ਜੀ ਦੀ ਇੱਕੋ ਅਸ਼ਟਪਦੀ ਹੈ, ਉਹ ਵੀ ਘਰ ਪਹਿਲੇ ਵਿੱਚ ਹੈ। ਗੁਰੂ ਨਾਨਕ ਸਾਹਿਬ ਦੀ ਇੱਕ ਹੋਰ ਅਸ਼ਟਪਦੀ ਵੀ ਹੈ ਜੋ ਘਰ ਚੌਥੇ ਵਿੱਚ ਹੈ, ਪਰ ਉਹ ਉਚੇਚੀ ਹੈ ਤੇ ਭਗਤ ਜੈਦੇਵ ਜੀ ਦੇ ਸ਼ਬਦ ਨਾਲ ਸੰਬੰਧ ਰੱਖਦੀ ਹੈ। ਇਹ ਵਿਚਾਰ ਅਸੀਂ ਭਗਤਾਂ ਦੀ ਬਾਣੀ ਵਿੱਚ ਚੱਲ ਕੇ ਦਿਆਂਗੇ। ਨੰਬਰ 6 ਵਡਹੰਸ ਊੜਾ ਆਲਾਣੀਆਂ ਸ਼ਬਦ ਅਸ਼ਟਪਦੀਆਂ ਤੇ ਸ਼ੰਤਾਂ ਤੋਂ ਵਾਧੂ ਗੁਰੂ ਨਾਨਕ ਸਾਹਿਬ ਜੀ ਨੇ ਇਸ ਰਾਗ ਵਿੱਚ ਇੱਕ ਬਾਣੀ ਲਿਖੀ ਹੈ ਜਿਸ ਦਾ ਸਰਲੇਖ ਆਲਾਣੀਆਂ ਹੈ। ਇਸ ਵਿੱਚ 5 ਸ਼ਬਦ ਹਨ। ਇਹਨਾਂ ਦੇ ਨਾਲ ਹੀ ਗੁਰੂ ਅਮਰਦਾਸ ਜੀ ਨੇ ਵੀ ਇਹ ਬਾਣੀ ਲਿਖੀ ਹੈ, ਉਸ ਦੇ 4 ਸ਼ਬਦ ਹਨ। ਇਹਨਾਂ ਸਭਨਾਂ ਨੂੰ ਰਤਾ ਧਿਆਨ ਨਾਲ ਪੜ੍ਹ ਕੇ ਵੇਖੋ, ਦੁਨੀਆ ਦੀ ਅਸਾਰਤਾ ਸਾਹਮਣੇ ਆ ਜਾਂਦੀ ਹੈ। ਦੋਹਾਂ ਵਿੱਚ ਤੁਕਾਂ ਦੀ ਲੰਬਾਈ ਇੱਕੋ ਜਿਹੀ ਹੈ, ਤੁਕਾਂ ਲੰਬੀਆਂ ਹਨ। ਮਹੱਲਾ ਪਹਿਲਾ ਸੱਚ ਸਿਰੰਦਾ ਸੱਚਾ ਜਾਣੀਏ, ਸੱਚੜਾ ਪਰਵਦਗਾਰੋ, ਸੱਚੜਾ ਸਾਹਿਬ ਸੱਚ ਤੂੰ, ਸੱਚੜਾ ਦੇਹ ਪਿਆਰੋ ਰਹਾਓ। ਜਾਨੀ ਵਿਛੁੰਨੜੇ ਮੇਰਾ ਮਰਨ ਭਇਆ, ਧ੍ਰਿਗ ਜੀਵਨ ਸੰਸਾਰੇ, ਜੰਮਣ ਮਰਨਾ ਵੱਡਾ ਵਿਛੋੜਾ, ਬਿਨਸੇ ਜਗ ਸਬਾਏ। ਮਹੱਲਾ ਤੀਜਾ ਸੱਚੜਾ ਸਾਹਿਬ ਸ਼ਬਦ ਪਛਾਣੀਏ, ਆਪੇ ਲਏ ਮਿਲਾਏ, ਜਿਨੀ ਚੱਲਣ ਸਹੀ ਜਾਣਿਆ, ਸਤਿਗੁਰ ਸੇਵੇ ਨਾਮ ਸੰਭਾਲੇ, ਸੱਚੜੇ ਆਪ ਜਗਤੂ ਪਾਇਆ, ਗੁਰਬਿਨ ਘੋਰ ਅੰਧਾਰੋ, ਰੋਵੇਂ ਪਿਰੋਂ ਵਿਛੁੰਨੀਆਂ, ਮੈਂ ਫਿਰ ਸੱਚੜਾ ਹੈ ਸਦਾ ਨਾਲੇ। ਨੰਬਰ 7 ਸੋਰਠ ਊੜਾ ਸ਼ਬਦ ਘਰ ਪਹਿਲਾ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ 11 ਸ਼ਬਦ ਹਨ। ਸਿਰਲੇਖ ਵਿੱਚ ਤਾਂ ਚੌਪਦੇ ਲਿਖਿਆ ਹੋਇਆ ਹੈ, ਪਰ ਵਿੱਚ 2 ਪੰਚਪਦੇ ਵੀ ਹਨ। ਸਾਰੇ ਹੀ ਸ਼ਬਦਾਂ ਦੀਆਂ ਤੁਕਾਂ ਦੋਹਰੇ ਵਾਂਗ ਲੰਬੀਆਂ ਹਨ, ਜਿਵੇਂ ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਮਾਏ ਬਾਪ ਕੋ ਬੇਟਾ ਨੀਕਾ, ਸਸੁਰੈ ਚਤੁਰ ਜਵਾਈ, ਹਉ ਪਾਪੀ ਪਤਤ ਪਰਮ ਪਾਖੰਡੀ, ਤੂੰ ਨਿਰਮਲ ਨਿਰੰਕਾਰੀ। ਛੋਟੀਆਂ ਤੁਕਾਂ ਵਾਲਾ ਸਿਰਫ ਇੱਕੋ ਸ਼ਬਦ ਹੈ ਜੋ ਘਰ ਤੀਜੇ ਵਿੱਚ ਹੈ। ਇਹ ਸ਼ਬਦ ਵੱਖਰਾ ਉਚੇਚਾ ਹੈ ਭਗਤ ਨਾਮਦੇਵ ਜੀ ਦੇ ਸ਼ਬਦ ਦੇ ਸੰਬੰਧ ਵਿੱਚ। ਇਹ ਵਿਚਾਰ ਅਸੀਂ ਭਗਤਾਂ ਦੇ ਸ਼ਬਦਾਂ ਵਿੱਚ ਕਰਾਂਗੇ। ਗੁਰੂ ਅਮਰਦਾਸ ਜੀ ਦੇ ਇੱਥੇ 12 ਸ਼ਬਦ ਹਨ। ਸਾਰੇ ਘਰ ਪਹਿਲੇ ਵਿੱਚ ਹਨ। ਤੁਕਾਂ ਇੱਥੇ ਵੀ ਸਭ ਦੀਆਂ ਲੰਬੀਆਂ ਹਨ, ਜਿਵੇਂ ਸੇਵਕ ਸੇਵ ਕਰੇ ਸਭ ਤੇਰੀ, ਜਿਨ ਸ਼ਬਦੇ ਸਾਧ ਆਇਆ, ਹਰ ਜਿਉ ਤੁਧ ਨੂੰ ਸਦਾ ਸਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ। ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਦੇ ਬੰਦਾਂ ਦਾ ਵੇਰਵਾ ਇਉਂ ਹੈ: ਤੇ ਤੁਕਾ 2, ਚੌ ਤੁਕਾ 1, 2 ਤੁਕੇ 8। ਗੁਰੂ ਅਮਰਦਾਸ ਜੀ ਦੇ ਸ਼ਬਦਾਂ ਵਿੱਚ ਵੀ ਇਹਨਾਂ ਤਿੰਨਾਂ ਕਿਸਮਾਂ ਦੇ ਬੰਦ ਹਨ। ਤੇ ਤੁਕੇ 6, ਚੌ ਤੁਕਾ 1, 2 ਤੁਕੇ 5। ਹੁਣ ਦੋਹਾਂ ਗੁਰਮਹਿਲਾਂ ਦੇ ਸ਼ਬਦਾਂ ਦੀਆਂ ਰਹਾਉ ਦੀਆਂ ਤੁਕਾਂ ਵੇਖੋ। ਮਹੱਲਾ ਪਹਿਲਾ ਮਨ ਰੇ ਰਾਮ ਨਾਮ ਜਸ ਲੇ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜਿਉ, ਮਨ ਰੇ ਸਮਝ ਕਵਨ ਮਤ ਲਾਗਾ, ਮਨ ਰੇ ਰਾਮ ਜਪੋ ਸੁਖ ਹੋਈ। ਮਹੱਲਾ ਤੀਜਾ ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ, ਮਨ ਮੇਰੇ ਹਰ ਜਿਉ ਸਦਾ ਸੰਭਾਲ, ਮਨ ਰੇ ਹਰ ਹਰ ਸੇਤੀ ਲਿਵ ਲਾਏ, ਮਨ ਰੇ ਤ੍ਰੈ ਗੁਣ ਛੋੜ ਚੌਥੇ ਚਿਤ ਲਾਏ। ਨੋਟ: ਗੁਰੂ ਰਾਮਦਾਸ ਜੀ ਦੇ ਸ਼ਬਦਾਂ ਵਿੱਚ ਵੀ ਇਹੀ ਸਾਂਝ ਮਿਲਦੀ ਹੈ। ਐੜਾ ਅਸ਼ਟਪਦੀਆਂ। ਮਹੱਲਾ ਪਹਿਲਾ ਤੇ ਤੁਕੀ ਘਰ ਪਹਿਲਾ। ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। 2 ਤੁਕੀ ਘਰ ਪਹਿਲਾ। ਤੂੰ ਗੁਣ ਦਾਤੋ ਨਿਰਮਲੋ ਭਾਈ, ਨਿਰਮਲ ਨਾ ਮਨ ਹੋਏ। ਮਹੱਲਾ ਤੀਜਾ ਤੇ ਤੁਕੀ ਘਰ ਪਹਿਲਾ। 2 ਤੁਕੀ। ਨੇ ਗੁਣਿਆਂ ਨੂੰ ਆਪੇ ਬਖਸ਼ ਲਏ ਭਾਈ, ਸਤਿਗੁਰ ਕੀ ਸੇਵਾ ਲਾਏ। ਦੋਹਾਂ ਗੁਰ ਵਿਅਕਤੀਆਂ ਦੀਆਂ ਅਸ਼ਟਪਦੀਆਂ ਦੋਹਰੇ ਵਾਂਗ ਲੰਬੀਆਂ ਤੁਕਾਂ ਵਾਲੀਆਂ ਹਨ। ਤੁਕ ਦੇ ਪਹਿਲੇ ਵਿਸ਼ਰਾਮ ਵਿੱਚ ਲਫ਼ਜ਼ ਭਾਈ ਦਾ ਵੀ ਧਿਆਨ ਰੱਖ ਲੈਣਾ। ਨੰਬਰ 8 ਤਨਾਸਰੀ ਭਾਗ ਊੜਾ ਸ਼ਬਦ। ਇਸ ਰਾਗ ਦੇ ਦੂਜੇ ਘਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ 5 ਸ਼ਬਦ ਲਿਖੇ ਹਨ। ਇਹਨਾਂ ਵਿੱਚੋਂ 4 ਚੌਪਦੇ ਹਨ ਤੇ 1 ਪੰਚਪਦਾ ਹੈ। ਇਸੇ ਹੀ ਘਰ ਵਿੱਚ ਗੁਰੂ ਅਮਰਦਾਸ ਜੀ ਦੇ 8 ਸ਼ਬਦ ਹਨ ਤੇ ਸਾਰੇ ਹੀ ਚੌਪਦੇ ਹਨ। ਦੋਹਾਂ ਗੁਰ ਵਿਅਕਤੀਆਂ ਦੇ ਹਰੇਕ ਸ਼ਬਦ ਦੇ ਹਰੇਕ ਬੰਦ ਵਿੱਚ 4-4 ਤੁਕਾਂ ਹਨ ਤੇ ਸਾਰੀਆਂ ਹੀ ਤੁਕਾਂ ਛੋਟੀਆਂ ਹਨ, ਚੌਪੀ ਵਰਗੀਆਂ, ਜਿਵੇਂ ਮਹੱਲਾ ਪਹਿਲਾ ਕਿਉਂ ਸਿਮਰੀ ਸਿਮਰਿਆ ਨਹੀਂ ਜਾਏ, ਜਿਉ ਤਪਤ ਹੈ ਬਾਰੋ ਬਾਰ, ਨਦਰ ਕਰੇ ਤਾਂ ਸਿਮਰਿਆ ਜਾਏ। ਮਹੱਲਾ ਤੀਜਾ ਸੇ ਧਨਵੰਤ ਹਰ ਨਾਮ ਲਿਵ ਲਾਏ, ਸਦਾ ਧਨ ਅੰਤਰ ਨਾਮ ਸੰਭਾਲੇ,
ਅਤੇ ਕਾਚਾ ਧਨ ਸੰਚੈ ਮੂਰਖ ਕਾ ਵਾਰ। ਐੜਾ ਸ਼ੰਤ। ਨੋਟ, ਇਸ ਰਾਗ ਵਿੱਚ ਗੁਰੂ ਅਮਰਦਾਸ ਜੀ ਦੀ ਕੋਈ ਅਸ਼ਟਪਦੀ ਤੇ ਕੋਈ ਸ਼ੰਤ ਨਹੀਂ ਹੈ। ਅਸੀਂ ਗੁਰੂ ਰਾਮਦਾਸ ਜੀ ਦੇ ਸ਼ੰਤ ਪੇਸ਼ ਕਰਕੇ ਉਹਨਾਂ ਦੀ ਸਾਂਝ ਗੁਰੂ ਨਾਨਕ ਸਾਹਿਬ ਦੇ ਸ਼ੰਤਾਂ ਨਾਲ ਵਿਖਾਵਾਂਗੇ। ਮਹੱਲਾ ਪਹਿਲਾ। ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ, ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਓ। ਤੁਮ ਸਰ ਅਵਰ ਨ ਕੋਏ ਆਇਆ ਜਾਸੀ ਜੀਓ, ਹੁਕਮੀ ਹੋਏ ਨਬੇੜ ਭਰਮ ਚੁਕਾਸੀ ਜੀਓ। ਮਹੱਲਾ ਚੌਥਾ। ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ, ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਐ ਜੀਓ। ਅੰਦਰ ਸਾਚਾ ਨੇ ਪੂਰੇ ਸਤਿਗੁਰੇ ਜੀਓ, ਹੋਂ ਤਿਸ ਸੇਵੀਂ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ। ਦੋਹਾਂ ਗੁਰ ਵਿਅਕਤੀਆਂ ਦੇ ਸ਼ੰਤਾਂ ਦੇ ਹਰੇਕ ਬੰਦ ਦੇ ਸ਼ੁਰੂ ਦੀਆਂ ਦੋ ਤੁਕਾਂ ਦੇ ਅੰਤ ਵਿੱਚ ਲਫ਼ਜ਼ ਜੀਓ ਆਉਂਦਾ ਹੈ। ਨੰਬਰ 9 ਤਿਲੰਗ। ਨੋਟ, ਇਸ ਰਾਗ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ਨਹੀਂ ਹੈ। ਅਸੀਂ ਇੱਥੇ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚੋਂ ਥੋੜੀ ਕੁ ਸਾਂਝ ਪੇਸ਼ ਕਰਦੇ ਹਾਂ। ਊੜਾ ਸ਼ਬਦ। ਗੁਰੂ ਨਾਨਕ ਸਾਹਿਬ ਜੀ ਦੇ ਇੱਥੇ 5 ਸ਼ਬਦ ਹਨ। ਪੰਜਵੇਂ ਸ਼ਬਦ ਵਿੱਚ ਉਸ ਕਤਲਾਮ ਤੇ ਅਤਿਆਚਾਰ ਦਾ ਜ਼ਿਕਰ ਹੈ ਜੋ ਬਾਬਰ ਦੀ ਫੌਜ ਨੇ ਸੈਦਪੁਰ ਅਹਿਮਦਾਬਾਦ ਦੀ ਗਰੀਬ ਜਨਤਾ ਉੱਤੇ ਕੀਤਾ ਸੀ। ਮਹੱਲਾ ਪਹਿਲਾ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲ ਸੀ ਬੋਲਾ। ਇਸ ਸ਼ਬਦ ਵਿੱਚ ਬਿਆਨ ਕੀਤਾ ਦਰਦਨਾਕ ਦ੍ਰਿਸ਼ ਅੱਖਾਂ ਅੱਗੇ ਲਿਆਇਆ ਦਿਲ ਕੰਬ ਉੱਠਦਾ ਹੈ ਤੇ ਡੋਲ ਜਾਂਦਾ ਹੈ। ਪਰ ਅਸ਼ਰਧਾ ਤੇ ਕਾਂਬੇ ਵੱਲੋਂ ਬਚਾ ਕੇ ਢਾਰਸ ਦੇਣ ਲਈ ਅਗਲਾ ਨਾਲ ਦਾ ਸ਼ਬਦ ਗੁਰੂ ਰਾਮਦਾਸ ਜੀ ਨੇ ਲਿਖਿਆ ਹੈ। ਮਹੱਲਾ ਚੌਥਾ। ਸਭ ਆਏ ਹੁਕਮ ਖਸਮਾਓ, ਹੁਕਮ ਸਭ ਵਰਤਨੀ। ਸੱਚ ਸਾਹਿਬ ਸੱਚਾ ਖੇਲ, ਸਭ ਹਰਤਨੀ। ਸਾਫ਼ ਪਿਆ ਦਿਸਦਾ ਹੈ ਕਿ ਸਤਿਗੁਰੂ ਨਾਨਕ ਸਾਹਿਬ ਦਾ ਸੈਦਪੁਰ ਵਾਲਾ ਸ਼ਬਦ ਗੁਰੂ ਰਾਮਦਾਸ ਜੀ ਦੇ ਪਾਸ ਮੌਜੂਦ ਸੀ। ਐੜਾ। ਗੁਰੂ ਅਰਜਨ ਸਾਹਿਬ ਦੇ ਸ਼ਬਦ ਮੁੱਕਣ ਤੇ ਦੂਜੇ ਘਰ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਹੈ। ਇਸ ਦਾ ਸਰਲੇਖ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਦੂਜਾ ਸ਼ਬਦ ਗੁਰੂ ਰਾਮਦਾਸ ਜੀ ਦਾ ਹੈ। ਵੇਖੋ ਪੰਨਾ 724 ਤੋਂ 725। ਇਹਨਾਂ ਦੋਹਾਂ ਦੀਆਂ ਰਹਾਉ ਦੀਆਂ ਤੁਕਾਂ ਧਿਆਨ ਨਾਲ ਪੜ੍ਹਨੀਆਂ। ਮਹੱਲਾ ਪਹਿਲਾ। ਰਾਇਸਾ ਪਿਆਰੇ ਕਾ ਰਾਇਸਾ, ਜਿਤ ਸਦਾ ਸੁਖ ਹੋਈ ਰਹਾਉ। ਮਹੱਲਾ ਚੌਥਾ। ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ। ਵੇਖਿਆ ਜੇ ਦੋਹਾਂ ਹੀ ਸ਼ਬਦਾਂ ਵਿੱਚ ਰਹਾਉ ਦੀ ਇੱਕੋ ਇੱਕ ਤੁਕ ਹੈ। ਹੁਣ ਸ਼ਬਦਾਂ ਦੀ ਇੱਕੋ ਜਿਹੀ ਚਾਲ ਵੱਲ ਧਿਆਨ ਦੇਣਾ। ਮਹੱਲਾ ਪਹਿਲਾ। ਜਿਨ ਕੀਆ ਤਿਨ ਦੇਖਿਆ, ਕਿਆ ਕਹੀਏ ਰੇ ਭਾਈ। ਆਪੇ ਜਾਣੇ ਕਰੇ ਆਪ, ਜਿਨ ਵਾੜੀ ਹੈ ਲਾਈ। ਮਹੱਲਾ ਚੌਥਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਿਹਾਰੀ ਗੁਰ ਆਪਣੇ, ਗੁਰ ਕਉ ਬਲ ਜਾਈਆਂ। ਨਿਸੰਗ ਹੋ ਕੇ ਆਖ ਸਕੀਦਾ ਹੈ ਕਿ ਤਿਲੰਗ ਰਾਗ ਵਿੱਚ ਲਿਖੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਗੁਰੂ ਰਾਮਦਾਸ ਜੀ ਦੇ ਕੋਲ ਮੌਜੂਦ ਸੀ। ਕਿੱਥੋਂ ਮਿਲੀ? ਗੁਰੂ ਅਮਰਦਾਸ ਜੀ ਤੋਂ ਮਿਲੀ। ਨੰਬਰ 10 ਰਾਗ ਸੂਹੀ। ਊੜਾ ਸ਼ਬਦ। ਨੋਟ, ਇਸ ਰਾਗ ਵਿੱਚ ਗੁਰੂ ਅਮਰਦਾਸ ਜੀ ਦੇ ਸ਼ਬਦ ਨਹੀਂ ਹਨ। ਅਸੀਂ ਇੱਥੇ ਗੁਰੂ ਰਾਮਦਾਸ ਜੀ ਦੇ ਸ਼ਬਦਾਂ ਨਾਲ ਸਾਂਝ ਵਿਖਾ ਕੇ ਇਹ ਵਿਖਾਵਾਂਗੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਇਸ ਰਾਗ ਦੇ ਸ਼ਬਦ ਗੁਰੂ ਰਾਮਦਾਸ ਜੀ ਦੇ ਕੋਲ ਮੌਜੂਦ ਸਨ। ਗੁਰੂ ਨਾਨਕ ਸਾਹਿਬ ਜੀ ਨੇ ਘਰ ਪਹਿਲਾ, ਦੂਜਾ, ਛੇਵਾਂ ਅਤੇ ਸੱਤਵੇਂ ਵਿੱਚ ਸਾਰੇ ਸ਼ਬਦ ਲਿਖੇ ਹਨ। ਗੁਰੂ ਰਾਮਦਾਸ ਜੀ ਦੇ ਸ਼ਬਦ ਵੀ ਘਰ ਪਹਿਲਾ, ਦੂਜਾ, ਛੇਵਾਂ ਅਤੇ ਸੱਤਵੇਂ ਵਿੱਚ ਹੀ ਹਨ। ਇਹ ਸਾਂਝ ਸਬੱਬ ਨਾਲ ਨਹੀਂ ਹੋ ਗਈ। ਹੁਣ ਤੁਕਾਂ ਦੀ ਲੰਬਾਈ ਵੱਲ ਧਿਆਨ ਦਿਓ। ਘਰ ਪਹਿਲਾ, ਛੇਵਾਂ ਅਤੇ ਸੱਤਵੇਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸਾਰੇ ਸ਼ਬਦ ਦੋਹਰੇ ਵਰਗੇ ਲੰਬੀਆਂ ਤੁਕਾਂ ਵਾਲੇ ਹਨ। ਇਹੀ ਗੱਲ ਗੁਰੂ ਰਾਮਦਾਸ ਜੀ ਦੇ ਸ਼ਬਦਾਂ ਵਿੱਚ ਹੈ। ਮਹੱਲਾ ਪਹਿਲਾ। ਘਰ ਪਹਿਲਾ। ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੁਧੈ ਕੋ ਜਾਵੋ। ਘਰ ਛੇਵਾਂ। ਉਜਲ ਕਹਾਂ ਚਿਲਕਣਾ, ਘੋਟਮ ਕਾਲੜੀ ਮਸ। ਜਪ ਤਪ ਕਾ ਬੰਦ ਬੇਡੁਲਾ, ਜਿਤ ਲੰਘੇ ਵਹੇਲਾ। ਇੱਥੇ ਸਿਰਫ ਦੋ ਸ਼ਬਦਾਂ ਦੀਆਂ ਤੁਕਾਂ ਰਤਾ ਕੁਛ ਟੇਰੀਆਂ ਹਨ। ਘਰ ਸਤਵਾਂ। ਜੋਗ ਨਾ ਖਿੰਥਾਂ, ਜੋਗ ਨਾ ਡੰਡੈ, ਜੋਗ ਨਾ ਭਸਮ ਚੜਾਈਐ। ਕੌਣ ਤਰਾਜੀ ਕੌਣ ਤੁਲਾ, ਤੇਰਾ ਕਵਣ ਸਰਾਫ ਗੁਲਾਮ। ਮਹੱਲਾ ਚੌਥਾ। ਘਰ ਪਹਿਲਾ।
ਮਨ ਰਾਮ ਨਾਮ ਆਰਾਧਿਆ, ਗੁਰ ਸ਼ਬਦ ਗੁਰੂ ਗੁਰ ਕੇ। ਹਰ ਹਰ ਨਾਮ ਭਜਿਓ ਪੁਰਖੋਤਮ, ਸਭ ਬਿਨਸੇ ਦਾਲਦ ਦਲਗਾ। ਘਰ ਛੇਵਾਂ। ਨੀਚ ਜਾਤ ਹਰ ਜਪਤਿਆਂ, ਉਤਮ ਪਦਵੀ ਪਾਏ। ਤਿੰਨੀ ਅੰਤਰ ਹਰ ਆਰਾਧਿਆ, ਜਿਨ ਕੋ ਧੁਰ ਲਿਖਿਆ ਲਿਖਤ ਲਿਲਾਰਾ। ਘਰ ਸਤਵਾਂ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ। ਪਰ ਘਰ ਦੂਜੇ ਵਿੱਚ ਲਿਖੇ ਸ਼ਬਦਾਂ ਦੀਆਂ ਤੁਕਾਂ ਦੋਹਾਂ ਗੁਰ ਵਿਅਕਤੀਆਂ ਦੀ ਬਾਣੀ ਵਿੱਚ ਚੌਪੀ ਵਰਗੀਆਂ ਛੋਟੀਆਂ ਹਨ ਤੇ ਬੰਦ ਦੋ ਤੁਕੇ ਹਨ। ਮਹਲਾ ਪਹਿਲਾ। ਘਰ ਦੂਜਾ। ਅੰਤਰ ਵਸੇ ਨਾ ਬਾਹਰ ਜਾਏ। ਮਹਲਾ ਚੌਥਾ। ਘਰ ਦੂਜਾ। ਗੁਰਮਤਿ ਨਗਰੀ ਖੋਜ ਖੁਜਾਈ, ਹਰ ਕਿਰਪਾ ਕਰੇ ਮਨ ਹਰ ਰੰਗ ਲਾਏ। ਜਿਹਵਾ ਹਰ ਰਸ ਰਹੀ ਅਗਾਏ। ਇਸ ਗੱਲ ਤੋਂ ਕੌਣ ਇਨਕਾਰ ਕਰ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਗੁਰੂ ਰਾਮਦਾਸ ਜੀ ਦੇ ਪਾਸ ਮੌਜੂਦ ਨਹੀਂ ਸਨ। ਐੜਾ ਅਸ਼ਟਪਦੀਆਂ। ਗੁਰੂ ਨਾਨਕ ਦੇਵ ਜੀ ਦੀਆਂ ਅਸ਼ਟਪਦੀਆਂ ਘਰ ਪਹਿਲਾ, ਨੌਵਾਂ ਅਤੇ 10ਵੇਂ ਵਿੱਚ ਹਨ। ਗੁਰੂ ਅਮਰਦਾਸ ਜੀ ਦੀਆਂ ਘਰ ਪਹਿਲਾ ਅਤੇ 10ਵੇਂ ਵਿੱਚ। ਈੜੀ ਸ਼ੰਤ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੂਜਾ ਵਿੱਚ ਲਿਖੇ ਸ਼ੰਤ ਦੇ ਹਰੇਕ ਬੰਦ ਦੀਆਂ ਪਹਿਲੀਆਂ ਦੋ ਤੁਕਾਂ ਛੋਟੀਆਂ ਹਨ, ਬਾਕੀ ਲੰਮੀਆਂ। ਗੁਰੂ ਅਮਰਦਾਸ ਜੀ ਦਾ ਸ਼ੰਤ ਵੀ ਇਸੇ ਤਰ੍ਹਾਂ ਦਾ ਹੈ। ਘਰ ਦੂਜੇ ਵਿੱਚ ਦੋਹਾਂ ਦਾ ਇੱਕ ਇੱਕ ਸ਼ੰਤ ਹੈ। ਮਹੱਲਾ ਪਹਿਲਾ। ਹਮ ਘਰ ਸਾਜਨ ਆਏ, ਸਾਚੈ ਮੇਲ ਮਿਲਾਏ। ਸਹਿਜ ਮਿਲਾਏ ਹਰ ਮਨ ਪਾਏ, ਪੰਚ ਮਿਲੇ ਸੁਖ ਪਾਇਆ। ਮਹੱਲਾ ਤੀਜਾ। ਸੁਖ ਸੁਹਿਲੜਾ ਹਰ ਧਿਆਵੋ, ਗੁਰਮੁਖ ਹਰ ਫਲ ਪਾਵੋ। ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ, ਜਨਮ ਜਨਮ ਕੇ ਦੁਖ ਨਿਵਾਰੇ। ਘਰ ਤੀਜਾ ਵਿੱਚ ਲਿਖੇ ਸ਼ੰਤ ਦੇ ਹਰੇਕ ਬੰਦ ਦੀਆਂ ਪਹਿਲੀਆਂ ਦੋ ਤੁਕਾਂ ਦੇ ਅੰਤ ਵਿੱਚ ਲਫ਼ਜ਼ ਰਾਮ ਹੈ। ਮਹੱਲਾ ਪਹਿਲਾ। ਘਰ ਤੀਜਾ। ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਨੜੇ ਖੜੀ ਤੱਕਾਂ ਮੈਂ ਮਨ ਚਾਉ ਕਨੇਰਾ ਰਾਮ। ਮਹੱਲਾ ਤੀਜਾ। ਘਰ ਤੀਜਾ। ਭਗਤ ਜਨਾ ਕੀ ਹਰਿ ਜਿਉ ਰਾਖੈ, ਜੁਗ ਜੁਗ ਰੱਖਦਾ ਆਇਆ ਰਾਮ। ਸੇ ਭਗਤ ਜੋ ਗੁਰਮੁਖ ਹੋਵੈ, ਹਉਮੈ ਸ਼ਬਦ ਜਲਾਇਆ ਰਾਮ। ਇਨ੍ਹਾਂ ਸ਼ੰਤਾਂ ਵਿੱਚ ਲਫ਼ਜ਼ਾਂ ਦੀ ਵੀ ਕਾਫੀ ਸਾਂਝ ਹੈ। ਜਿਵੇਂ ਮਹੱਲਾ ਪਹਿਲਾ। ਵਰ ਪਾਇੜਾ ਬਾਲੜੀਏ, ਆਸਾ ਮਨਸਾ ਪੂਰੀ ਰਾਮ। ਮਹੱਲਾ ਤੀਜਾ। ਪਿਰ ਪਾਇੜਾ ਬਾਲੜੀਏ, ਆਂਦਿਨ ਸਹਿਜੇ ਮਾਤੀ ਰਾਮ। ਨੋਟ। ਇਹ ਉੱਪਰ ਲਿਖੀ ਸਾਂਝ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਦੇ ਸ਼ੰਤਾਂ ਵਿੱਚ ਵੀ ਉਸੇ ਤਰ੍ਹਾਂ ਹੈ। ਪਹਿਲੀਆਂ ਦੋ ਤੁਕਾਂ ਛੋਟੀਆਂ, ਤੀਜੀ ਲੰਮੀ। ਮਹੱਲਾ ਚੌਥਾ। ਘਰ ਦੂਜਾ। ਗੁਰਮੁਖ ਹਰ ਗੁਣ ਗਾਏ, ਹਿਰਦੇ ਰਸਨ ਰਸਾਏ। ਹਰ ਰਸਨ ਰਸਾਏ ਮੇਰੇ ਪ੍ਰਭ ਪਾਏ, ਮਿਲਿਆ ਸਹਿਜ ਸੁਭਾਏ। ਮਹੱਲਾ ਪੰਜਵਾਂ। ਘਰ ਦੂਜਾ। ਗੋਬਿੰਦ ਗੁਣ ਗਾਵਣ ਲਾਗੇ, ਹਰ ਰੰਗ ਆਂਦਿਨ ਜਾਗੇ। ਹਰ ਰੰਗ ਜਾਗੇ ਪਾਪ ਭਾਗੇ, ਮਿਲੇ ਸੰਤ ਪਿਆਰਿਆ। ਪਹਿਲੀਆਂ ਦੋ ਤੁਕਾਂ ਦੇ ਅੰਤ ਵਿੱਚ ਲਫ਼ਜ਼ ਰਾਮ। ਮਹੱਲਾ ਚੌਥਾ। ਘਰ ਤੀਜਾ। ਆਵੋ ਸੰਤ ਜਨੋ, ਗੁਣ ਗਾਵੇਂ ਗੋਬਿੰਦ ਕੇਰੇ ਰਾਮ। ਗੁਰਮੁਖ ਮਿਲ ਰਹੀਏ, ਘਰ ਵਾਜੇ ਸ਼ਬਦ ਕਨੇਰੇ ਰਾਮ। ਮਹੱਲਾ ਪੰਜਵਾਂ। ਘਰ ਤੀਜਾ। ਤੂੰ ਠਾਕਰੋ ਬੈਰਾਗਰੋ, ਮੈਂ ਜਿਹੀ ਘਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ, ਹਉ ਸਾਰ ਨਾ ਜਾਣਾ ਤੇਰੀ ਰਾਮ। ਜਿਵੇਂ ਘਰ ਦੂਜਾ ਵਿੱਚ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਅਮਰਦਾਸ ਜੀ ਦਾ ਇੱਕ ਇੱਕ ਸ਼ੰਤ ਹੀ ਹੈ, ਤਿਵੇਂ ਗੁਰੂ ਅਮਰਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਵੀ ਇੱਕ ਇੱਕ ਹੀ ਹੈ। ਨੰਬਰ 11। ਰਾਗ ਬਿਲਾਵਲ। ਊੜਾ ਅਸ਼ਟਪਦੀਆਂ। ਗੁਰੂ ਨਾਨਕ ਸਾਹਿਬ ਜੀ ਦੀਆਂ ਦੋ ਅਸ਼ਟਪਦੀਆਂ ਹਨ ਅਤੇ ਗੁਰੂ ਅਮਰਦਾਸ ਜੀ ਦੀ ਇੱਕ ਅਸ਼ਟਪਦੀ ਹੈ। ਦੋਹਾਂ ਦੇ ਘਰ 10ਵਾਂ ਵਿੱਚ ਗਾਵੀ ਜਾਣ ਵਾਸਤੇ ਹਦਾਇਤ ਹੈ। ਤੁਕਾਂ ਦੋਹਾਂ ਵਿੱਚ ਹੀ ਛੋਟੀਆਂ ਹਨ, ਚੌਪਈ ਵਰਗੀਆਂ। ਮਹਲਾ ਪਹਿਲਾ। ਘਰ 10ਵਾਂ। ਨਿਕਟ ਵਸੈ ਦੇਖੇ ਸਭ ਸੋਈ, ਗੁਰਮੁਖ ਵਿਰਲਾ ਬੂਝੈ ਕੋਈ। ਮਨ ਕਾ ਕਹਿਆ ਮਨਸਾ ਕਰੇ, ਇਹ ਮਨ ਪੁੰਨ ਪਾਪ ਉਚਰੈ। ਮਹੱਲਾ ਤੀਜਾ। ਘਰ 10ਵਾਂ। ਜਗ ਕਊਆ ਮੁਖ ਚੁੰਚ ਗਿਆਨ, ਅੰਤਰ ਲੋਭ ਝੂਠ ਅਭਿਮਾਨ। ਬਿਨ ਨਾਵੇਂ ਪਾਜ ਲਹਿਗ ਨਿਦਾਨ। ਕਿਤੇ ਕਿਤੇ ਲਫ਼ਜ਼ ਵੀ ਸਾਂਝੇ ਹਨ, ਜਿੱਥੋਂ ਇਸ ਨਤੀਜੇ ਦੇ ਅਪੜੀਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀਆਂ ਅਸ਼ਟਪਦੀਆਂ ਗੁਰੂ ਅਮਰਦਾਸ ਜੀ ਦੇ ਪਾਸ ਸਨ। ਜਿਵੇਂ ਮਹੱਲਾ ਪਹਿਲਾ।
ਦੂਜੀ ਦੁਰਮਤ ਦਰਦ ਨਾ ਜਾਏ, ਛੁਟੈ ਗੁਰਮੁਖ ਦਾਰੂ ਗੁਣ ਗਾਏ। ਮਹੱਲਾ ਤੀਜਾ। ਸਤਿਗੁਰ ਸੇਵਿਐ ਦੂਜੀ ਦੁਰਮਤ ਜਾਏ। ਐੜਾ ਉਚੇਚੀ ਬਾਣੀ। ਇਸ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਉਚੇਚੀ ਬਾਣੀ ਥਿੱਤੀ ਹੈ। ਗੁਰੂ ਅਮਰਦਾਸ ਜੀ ਨੇ ਵੀ ਇੱਕ ਉਚੇਚੀ ਬਾਣੀ ਲਿਖੀ ਹੈ, ਜਿਸ ਦਾ ਨਾਮ ਹੈ ਵਾਰ ਸਤ। ਦੋਹਾਂ ਦੀ ਬਾਣੀ ਘਰ 10ਵਾਂ ਵਿੱਚ ਹੈ। ਤੁਕਾਂ ਦੋਹਾਂ ਦੀਆਂ ਚੌਪਈ ਵਰਗੀਆਂ ਛੋਟੀਆਂ ਛੋਟੀਆਂ ਹਨ। ਮਹੱਲਾ ਪਹਿਲਾ। ਏਕਮ ਏਕੰਕਾਰ ਨਿਰਾਲਾ, ਅਮਰ ਅਜੂਨੀ ਜਾਤ ਨਾ ਜਾਣਾ। ਮਹੱਲਾ ਤੀਜਾ। ਆਦਿਤ ਵਾਰ ਆਦਿ ਪੁਰਖ ਹੈ ਸੋਈ, ਆਪੇ ਵਰਤੇ ਅਵਰ ਨ ਕੋਈ। ਦੋਹਾਂ ਵਿੱਚ ਰਹਾਉ ਦੀਆਂ ਤੁਕਾਂ ਪੜ੍ਹ ਕੇ ਵੇਖੋ, ਲਫ਼ਜ਼ ਤੇ ਖਿਆਲ ਦੋਹਾਂ ਵਿੱਚ ਮਿਲਦੇ ਹਨ। ਜਪ ਜਪੋ ਜਪਨੀ ਜਪੋ। ਮਹੱਲਾ ਪਹਿਲਾ। ਕਿਆ ਜਪ ਜਪੋ ਬਿਨ ਜਗਦੀਸ਼ੈ, ਗੁਰ ਕੇ ਸ਼ਬਦ ਮਹਿਲ ਘਰ ਦੀਸੈ ਰਹਾ। ਮਹੱਲਾ ਤੀਜਾ। ਹਿਰਦੇ ਜਪਨੀ ਜਪੋ ਗੁਣ ਤਾਸਾ, ਹਰ ਅਗੰਮ ਅਗੋਚਰ ਅਪਰੰਪਰ ਸੁਆਮੀ। ਜਨ ਪਗ ਲਗ ਧਿਆਵੋ, ਹੋਏ ਦਾਸਨ ਦਾਸਾ ਰਹਾ। ਇੱਥੇ ਇੱਕ ਹੋਰ ਅਚਰਜ ਸਾਂਝ ਵੀ ਮਿਲਦੀ ਹੈ। ਗੁਰੂ ਅਮਰਦਾਸ ਜੀ ਦੀ ਬਾਣੀ ਦਾ ਸਰਲੇਖ ਵਾਰ ਸਤ ਹੈ। ਕੁਦਰਤੀ ਤੌਰ ਤੇ ਇਸ ਵਿੱਚ 7 ਦਿਨਾਂ ਦਾ ਹੀ ਜ਼ਿਕਰ ਆਉਣਾ ਸੀ। ਥਿੱਤਾਂ ਦਾ ਇਸ ਨਾਲ ਕੋਈ ਸਬੰਧ ਨਹੀਂ ਸੀ, ਪਰ ਉਹ ਥਿੱਤਾਂ ਦਾ ਲਫ਼ਜ਼ ਵੀ ਵਰਤਦੇ ਹਨ, ਜਿੱਥੋਂ ਪ੍ਰਗਟ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਵਾਲੀ ਥਿੱਤੀ ਬਾਣੀ ਉਹਨਾਂ ਪਾਸ ਮੌਜੂਦ ਹੈ। ਆਪ ਲਿਖਦੇ ਹਨ, 15 ਥਿੱਤੀ ਤੈ 7 ਵਾਰ, ਮਹਾਰੁਤੀ ਆਵੇਂ ਵਾਰ ਵਾਰ। ਅਤੇ ਥਿੱਤੀ ਵਾਰ ਸਭ ਸ਼ਬਦ ਸੁਹਾਏ, ਸਤਿਗੁਰ ਸੇਵੇ ਤਾਂ ਫਲ ਪਾਏ। ਨੰਬਰ 12। ਰਾਗ ਰਾਮਕਲੀ। ਊੜਾ ਸ਼ਬਦ। ਗੁਰੂ ਨਾਨਕ ਸਾਹਿਬ ਦੇ 11 ਸ਼ਬਦ ਹਨ ਅਤੇ ਗੁਰੂ ਅਮਰਦਾਸ ਜੀ ਦਾ 1। ਦੋਹਾਂ ਦਾ ਘਰ ਪਹਿਲਾ ਹੈ। ਗੁਰੂ ਰਾਮਦਾਸ ਜੀ ਵੀ ਸਿਰਫ ਘਰ ਪਹਿਲਾ ਹੀ ਵਰਤਦੇ ਹਨ। ਐੜਾ ਅਸ਼ਟਪਦੀਆਂ। ਗੁਰੂ ਨਾਨਕ ਸਾਹਿਬ ਜੀ ਦੀਆਂ 9 ਅਸ਼ਟਪਦੀਆਂ ਹਨ, ਗੁਰੂ ਅਮਰਦਾਸ ਜੀ ਦੀਆਂ 5। ਦੋਹਾਂ ਨੇ ਹੀ ਘਰ ਕੋਈ ਨਹੀਂ ਦੱਸਿਆ। ਕਈ ਥਾਈਂ ਲਫ਼ਜ਼ਾਂ ਦੀ ਅਜਿਹੀ ਸਾਂਝ ਮਿਲਦੀ ਹੈ ਜੋ ਸਾਡੇ ਖਿਆਲ ਨੂੰ ਇੱਥੇ ਵੀ ਪੱਕਾ ਕਰਦੀ ਹੈ। ਮਹੱਲਾ ਪਹਿਲਾ। ਗੁਰਮੁਖ ਕੇਤੀ ਸ਼ਬਦ ਉਧਾਰੀ ਸੰਤੋ ਰਹਾਉ। ਮਹੱਲਾ ਤੀਜਾ। ਸੰਤੋ ਗੁਰਮੁਖ ਪੂਰਾ ਪਾਈ, ਨਾਮੋ ਪੂਜ ਕਰਾਈ ਰਹਾ। ਮਹੱਲਾ ਪਹਿਲਾ। ਰਵ ਸਸ ਲਉਕੇ ਇਹ ਤਨ ਕਿੰਗੁਰੀ, ਵਾਜੈ ਸ਼ਬਦ ਨਿਰਾਰੀ। ਮਹੱਲਾ ਤੀਜਾ। ਭਉ ਭਾਉ ਦੋਏ ਪਤ ਲਾਏ ਜੋਗੀ, ਇਹ ਸਰੀਰ ਕਰ ਡੰਡੀ। ਗੁਰਮੁਖ ਹੋਵੇ ਤਾਂ ਤੰਤੀ ਵਾਜੈ, ਇਨ ਵਿਦ ਤ੍ਰਿਸ਼ਨਾ ਖੰਡੀ। ਮਹੱਲਾ ਪਹਿਲਾ। ਸ਼ਿਵ ਨਗਰੀ ਮੈਂ ਆਸਣ ਔਧੂ, ਅਲਖ ਅਗੰਮ ਅਪਾਰੀ। ਮਹੱਲਾ ਤੀਜਾ। ਸ਼ਿਵ ਨਗਰੀ ਮੈਂ ਆਸਣ ਬੈਸੇ, ਗੁਰ ਸ਼ਬਦੀ ਜੋਗ ਪਾਈ। ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਅਸ਼ਟਪਦੀਆਂ 8 ਅਤੇ 9 ਪੜ੍ਹੋ, ਫਿਰ ਵੇਖੋ ਗੁਰੂ ਅਮਰਦਾਸ ਜੀ ਦੀਆਂ ਨੰਬਰ 2, 3, 4 ਅਤੇ 5। ਇਹ ਸਾਰੀਆਂ ਇੱਕ ਤੁਕੀਆਂ ਹਨ। ਗੁਰੂ ਅਮਰਦਾਸ ਜੀ ਦੀਆਂ ਇਹਨਾਂ ਅਸ਼ਟਪਦੀਆਂ ਦੀ ਰਹਾਉ ਦੀ ਤੁਕ ਪੜ੍ਹੋ ਅਤੇ ਰਲਾਓ ਗੁਰੂ ਨਾਨਕ ਸਾਹਿਬ ਜੀ ਦੀ ਅਸ਼ਟਪਦੀ ਨੰਬਰ 9 ਦੇ ਨਾਲ। ਮਹੱਲਾ ਤੀਜਾ। ਸੰਤੋ ਗੁਰਮੁਖ ਦੇ ਵਡਿਆਈ ਰਹਾਉ। ਸੰਤੋ ਗੁਰਮੁਖ ਪੂਰਾ ਪਾਈ ਰਹਾਉ। ਸੰਤੋ ਗੁਰਮੁਖ ਨਾਮ ਨਿਸਤਾਰੀ ਰਹਾਉ। ਸੰਤੋ ਗੁਰਮੁਖ ਮੁਕਤ ਗਤ ਪਾਈ ਰਹਾਉ। ਅਤੇ ਮਹੱਲਾ ਪਹਿਲਾ। ਗੁਰਮੁਖ ਕੇਤੀ ਸ਼ਬਦ ਉਧਾਰੀ ਸੰਤੋ ਰਹਾਉ। ਈੜੀ ਉਚੇਚੀ ਬਾਣੀ। ਸ਼ਬਦ ਅਸ਼ਟਪਦੀਆਂ ਸ਼ੰਤਾਂ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ 2 ਲੰਮੀਆਂ ਬਾਣੀਆਂ ਲਿਖੀਆਂ ਹਨ, ਓਅੰਕਾਰ ਅਤੇ ਸਿੱਧ ਗੋਸ਼ਟ। ਗੁਰੂ ਅਮਰਦਾਸ ਜੀ ਨੇ ਵੀ ਇੱਕ ਲੰਬੀ ਬਾਣੀ ਲਿਖੀ ਹੈ, ਆਨੰਦ। ਨੰਬਰ 13। ਰਾਗ ਮਾਰੂ। ਊੜਾ ਸੋਹਲੇ। 16 ਉਸ ਸ਼ਬਦਾਂ ਨੂੰ ਆਖੀਦਾ ਹੈ ਜਿਸ ਦੇ 16 ਬੰਦ ਹੋਣ। ਹੋਰ ਕਿਸੇ ਵੀ ਰਾਗ ਵਿੱਚ ਇਸ ਨਾਮ ਦੀ ਕੋਈ ਬਾਣੀ ਨਹੀਂ ਹੈ, ਕਿਸੇ ਵੀ ਗੁਰ ਵਿਅਕਤੀ ਦੀ। ਸਿਰਫ ਮਾਰੂ ਵਿੱਚ ਗੁਰੂ ਨਾਨਕ ਸਾਹਿਬ ਨੇ ਸੋਹਲੇ ਲਿਖੇ। ਉਹਨਾਂ ਦੇ ਪੂਰਨਿਆਂ ਤੇ ਤੁਰ ਕੇ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਸਭਨਾਂ ਨੇ ਹੀ ਸੋਹਲੇ ਲਿਖੇ ਹਨ। ਇਹ ਸਾਂਝ ਸਵਾਬ ਨਾਲ ਨਹੀਂ ਹੋ ਗਈ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਸੀ। ਫਿਰ ਵੇਖੋ ਇਹਨਾਂ ਦੀ ਬਣਤਰ। ਹਰੇਕ ਸੋਹਲੇ ਦੇ ਹਰੇਕ ਬੰਦ ਵਿੱਚ ਪਹਿਲੀਆਂ 2 ਤੁਕਾਂ ਛੋਟੀਆਂ ਤੇ ਤੀਜੀ ਲੰਬੀ ਹੈ। ਮਹੱਲਾ ਪਹਿਲਾ। ਸਾਚਾ ਸੱਚ ਸੋਈ ਅਵਰ ਨ ਕੋਈ, ਜਿਨ ਸਿਰਜੀ ਤਿਨ ਹੀ ਫੁਨ ਗੋਈ। ਜਿਉ ਭਾਵੇ ਤਿਉ ਰਾਖੋ ਰਹਿਣਾ, ਤੁਮ ਸਿਉ ਕਿਆ ਮੁਕਰਾਈ ਹੈ। ਮਹੱਲਾ ਤੀਜਾ। ਹੁਕਮੀ ਸਹਿਜੇ ਸ੍ਰਿਸ਼ਟ ਉਪਾਈ, ਕਰ ਕਰ ਵੇਖੈ ਆਪਣੀ ਵਡਿਆਈ।
ਆਪੇ ਕਰੇ ਕਰਾਏ ਆਪੋ, ਹੁਕਮੇ ਰਹਾ ਸਮਾਈ ਹੈ। ਮਹੱਲਾ ਚੌਥਾ। ਸੱਚਾ ਆਪ ਸਵਾਰਨ ਹਾਰਾ, ਅਵਰ ਨ ਸੂਝਸ ਬੀਜੀ ਕਾਰਾ। ਗੁਰਮੁਖ ਸੱਚ ਵਸੈ ਘਟ ਅੰਤਰ, ਸਹਿਜੇ ਸੱਚ ਸਮਾਈ ਹੈ। ਮਹੱਲਾ ਪੰਜਵਾਂ। ਕਲਾ ਉਪਾਏ ਧਰੀ ਜਿਨ ਧਰਣਾ, ਗਗਨ ਰਹਾਇਆ ਹੁਕਮੇ ਚਰਣਾ। ਅਗਨ ਉਪਾਏ ਈਂਦਨ ਮੈਂ ਬਾਂਧੀ, ਸੋ ਪ੍ਰਭ ਰਾਖੇ ਭਾਈ ਹੈ। ਹੁਣ ਇਹਨਾਂ ਚੌਹਾਂ ਗੁਰ ਵਿਅਕਤੀਆਂ ਦੇ ਇਹਨਾਂ ਸਾਰੇ ਸ਼ਬਦਾਂ ਦੇ ਹਰੇਕ ਬੰਦ ਦਾ ਤੁਕਾਂਤ ਵੇਖੋ। ਮਹੱਲਾ ਪਹਿਲਾ। ਇਸ ਤੁਕਾਂਤ ਦੇ ਕਾਰਨ ਗੁਰੂ ਨਾਨਕ ਸਾਹਿਬ ਜੀ ਦੇ 22 ਸ਼ਬਦ 4 ਹਿੱਸਿਆਂ ਵਿੱਚ ਵੰਡੇ ਹੋਏ ਹਨ। 1 ਤੋਂ 6 ਵਡਾਈ ਹੈ। ਨਾਨਕ ਨੀਚ ਭਿਖਿਆ ਦਰ ਜਾਚੈ, ਮੈਂ ਦੀਜੇ ਨਾਮ ਵਡਾਈ ਹੈ। 7 ਤੋਂ 12 ਤਾਰਨ ਹਾਰਾ ਹੈ, ਪਾਤਸ਼ਾਹ ਹੈ। ਨਾਨਕ ਨਾਮ ਜਪੋ ਤਰ ਤਾਰੀ, ਸਚ ਤਾਰੇ ਤਾਰਨ ਹਾਰਾ ਹੈ। ਅਤੇ ਨਾਨਕ ਸਾਚ ਮਿਲੇ ਪਤ ਰਾਖੋ, ਤੂੰ ਸਿਰ ਸ਼ਾਹਾਂ ਪਤ ਸ਼ਾਹਾਂ ਹੈ। 13 ਤੋਂ 17 ਤੱਕ ਸਮਾਏਂਦਾ। ਨਾਨਕ ਨਿਰਮਲ ਨਾਦ ਸ਼ਬਦ ਧੁਨ, ਸਚ ਰਾਮੇ ਨਾਮ ਸਮਾਏਂਦਾ। 18 ਤੋਂ 22 ਲਖਾਇਆ। ਨਾਨਕ ਆਤਮ ਰਾਮ ਸਭਾਇਆ, ਗੁਰ ਸਤਿਗੁਰ ਲਖ ਲਖਾਇਆ। ਇਸੇ ਤੁਕਾਂਤ ਨੇ ਹੀ ਗੁਰੂ ਅਮਰਦਾਸ ਜੀ ਦੇ 24 ਸ਼ਬਦ 4 ਹਿੱਸਿਆਂ ਵਿੱਚ ਵੰਡੇ ਹਨ। ਵੇਖਣਾ ਤੁਕਾਂਤ ਉੱਪਰਲਿਆਂ ਨਾਲ ਮਿਲਦਾ ਹੈ ਤੇ ਇਹ ਸਾਂਝ ਸਵਾਬ ਨਾਲ ਨਹੀਂ ਹੋ ਗਈ। ਮਹੱਲਾ ਤੀਜਾ। 1 ਤੋਂ 9 ਤੱਕ ਪਾਈ ਹੈ। ਨਾਨਕ ਦਾਸ ਕਹੇ ਬੇਨੰਤੀ, ਭੀਖਿਆ ਨਾਮ ਦਰ ਪਾਈ ਹੈ। 10 ਤੋਂ 14 ਤੱਕ ਸਮਾਹਾ ਹੈ। ਨਾਨਕ ਸਾਚ ਕਹੈ ਬੇਨੰਤੀ, ਸੱਚ ਦੇਵੋ ਸੱਚ ਸਮਾਹਾ ਹੈ। 15 ਤੋਂ 22 ਤੱਕ ਸਮਾਏਂਦਾ। ਨਾਨਕ ਨਾਮ ਰਤੇ ਵਿਚਾਰੀ, ਨਾਮੇ ਨਾਮ ਸਮਾਏਂਦਾ। 23 ਤੋਂ 24 ਸਮਾਇਆ। ਨਾਨਕ ਏਕ ਕਹੈ ਬੇਨੰਤੀ, ਨਾਮੇ ਨਾਮ ਸਮਾਇਆ। ਇਸੇ ਤਰ੍ਹਾਂ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਦੇ ਸੋਹਲੇ ਨੰਬਰ 14 ਰਾਗ ਤੁਖਾਰੀ। ਇਸ ਰਾਗ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ਨਹੀਂ ਹੈ, ਸਿਰਫ ਗੁਰੂ ਨਾਨਕ ਸਾਹਿਬ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਦੀ ਬਾਣੀ ਹੈ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਤਿੰਨਾਂ ਹੀ ਗੁਰ ਵਿਅਕਤੀਆਂ ਦੇ ਸਿਰਫ ਛੰਤ ਹਨ। ਹੋਰ ਨਾ ਕੋਈ ਸ਼ਬਦ, ਨਾ ਕੋਈ ਅਸ਼ਟਪਦੀਆਂ ਤੇ ਗੁੰਝਲ ਵਾਲੀ ਕੋਈ ਗੱਲ ਨਹੀਂ। ਗੁਰੂ ਨਾਨਕ ਸਾਹਿਬ ਨੇ ਸਿਰਫ ਛੰਤ ਲਿਖੇ। ਗੁਰੂ ਰਾਮਦਾਸ ਜੀ ਦੇ ਸਾਹਮਣੇ ਇਹ ਬਾਣੀ ਮੌਜੂਦ ਸੀ, ਉਹਨਾਂ ਵੀ ਛੰਤ ਹੀ ਲਿਖ ਦਿੱਤੇ। ਨੰਬਰ 15 ਰਾਗ ਭੈਰੋ। ਊੜਾ ਸ਼ਬਦ। ਘਰ ਪਹਿਲਾ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸਿਰਫ ਇੱਕ ਸ਼ਬਦ ਹੈ, ਚੌਪਦਾ ਹੈ। ਤੁਕਾਂ ਚੌਪਈ ਵਾਂਗ ਛੋਟੀਆਂ ਹਨ ਤੇ ਹਰੇਕ ਬੰਦ 2 ਤੁਕਾਂ ਹੈ। ਗੁਰੂ ਅਮਰਦਾਸ ਜੀ ਦੇ ਇਸ ਘਰ ਪਹਿਲੇ ਵਿੱਚ 10 ਸ਼ਬਦ ਹਨ, ਸਭ ਚੌਪਦੇ ਹਨ। ਤੁਕਾਂ ਸਭ ਦੀਆਂ ਚੌਪਈ ਵਾਂਗ ਛੋਟੀਆਂ ਹਨ ਤੇ ਹਰੇਕ ਬੰਦ ਦਾ 2 ਤੁਕਾਂ ਹੈ। ਮਹੱਲਾ ਪਹਿਲਾ। ਤੁਝ ਤੇ ਬਾਹਰ ਕਿਛੂ ਨਾ ਹੋਏ। ਮਹੱਲਾ ਤੀਜਾ। ਜਾਤ ਕਾ ਗਰਭ ਨਾ ਕਰਿਓ ਕੋਈ, ਜਾ ਕੋ ਰਾਖੇ ਆਪਣੀ ਸ਼ਰਣਾਈ। ਰਾਮ ਨਾਮ ਜਗਤ ਨਿਸਤਾਰਾ। ਘਰ ਦੂਜਾ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ 7 ਸ਼ਬਦ ਹਨ। ਇਹਨਾਂ ਵਿੱਚੋਂ 6 ਚੌਪਦੇ ਹਨ ਤੇ 1 ਪੰਚਪਦਾ। ਸਲੋਕ ਦੋਹਰੇ ਵਾਂਗ, ਤੁਕਾਂ ਸਭ ਦੀਆਂ ਲੰਬੀਆਂ ਹਨ। ਇਸੇ ਘਰ ਵਿੱਚ ਗੁਰੂ ਅਮਰਦਾਸ ਜੀ ਦੇ 11 ਸ਼ਬਦ ਹਨ। ਇਹਨਾਂ ਵਿੱਚੋਂ 8 ਚੌਪਦੇ ਹਨ ਅਤੇ 3 ਪੰਚਪਦੇ। 1 ਪੰਚਪਦੇ ਤੋਂ ਛੁੱਟ ਬਾਕੀ ਸਭ ਦੀਆਂ ਤੁਕਾਂ ਦੋਹਰੇ ਵਰਗੀਆਂ ਲੰਬੀਆਂ ਹਨ। ਦੋਹਾਂ ਗੁਰ ਵਿਅਕਤੀਆਂ ਦਾ ਦੂਜੇ ਘਰ ਦਾ ਪਹਿਲਾ ਸ਼ਬਦ ਰਤਾ ਧਿਆਨ ਨਾਲ ਪੜ੍ਹੋ, ਲਫ਼ਜ਼ਾਂ ਦੀ ਤੇ ਖਿਆਲ ਦੀ ਸਾਂਝ ਵੀ ਦਿਸ ਪਵੇਗੀ। ਮਹੱਲਾ ਪਹਿਲਾ। ਨਾਮ ਬਿਨਾ ਜਗ ਰੋਗ ਵਿਆਪਿਆ, ਦੁਬਦਾ ਡੁੱਬ ਡੁੱਬ ਮਰੀਐ। ਮਹੱਲਾ ਤੀਜਾ। ਦੁਬਦਾ ਮਨਮੁਖ ਰੋਗ ਵਿਆਪੇ, ਤ੍ਰਿਸ਼ਨਾ ਜਲੇ ਅਧਿਕਾਈ। ਮਹੱਲਾ ਪਹਿਲਾ। ਭਵਜਲ ਬਿਨ ਸ਼ਬਦੇ ਕਿਉਂ ਤਰੀਐ। ਮਹੱਲਾ ਤੀਜਾ। ਹਉਮੈ ਰੋਗੀ ਜਗਤ ਉਪਾਇਆ, ਬਿਨ ਸ਼ਬਦੇ ਰੋਗ ਨ ਜਾਈ। ਮਹੱਲਾ ਪਹਿਲਾ। ਗੁਰ ਕੇ ਸ਼ਬਦ ਤਰੇ ਮੁਨ ਕੇਤੇ, ਇੰਦਰਾਦਕ ਬ੍ਰਹਮਾਦ ਤਰੇ। ਮਹੱਲਾ ਤੀਜਾ। ਸਿਮਰਤ ਸ਼ਾਸਤਰ ਪੜ੍ਹੇ ਮੁਨ ਕੇਤੇ, ਬਿਨ ਸ਼ਬਦੇ ਸੁਰਤ ਨ ਪਾਈ। ਨੋਟ। ਗੁਰੂ ਰਾਮਦਾਸ ਜੀ ਦੇ ਸ਼ਬਦ ਵੀ ਘਰ ਪਹਿਲਾ ਅਤੇ ਘਰ ਦੂਜਾ ਵਿੱਚ ਹੀ ਹਨ। ਐੜਾ ਅਸ਼ਟਪਦੀਆਂ। ਗੁਰੂ ਨਾਨਕ ਸਾਹਿਬ ਜੀ ਦੀ ਇੱਕੋ ਅਸ਼ਟਪਦੀ ਹੈ ਤੇ ਘਰ ਦੂਜਾ ਵਿੱਚ ਹੈ। ਗੁਰੂ ਅਮਰਦਾਸ ਜੀ ਦੀਆਂ 2 ਹਨ, ਇਹ ਵੀ ਘਰ ਦੂਜੇ ਵਿੱਚ ਹੀ ਹਨ। ਨੋਟ।
ਗੁਰੂ ਅਰਜਨ ਸਾਹਿਬ ਦੀਆਂ ਅਸ਼ਟਪਦੀਆਂ ਵੀ ਘਰ ਦੂਜੇ ਵਿੱਚ ਹੀ ਹਨ। ਨੰਬਰ 16 ਰਾਗ ਬਸੰਤ ਊੜਾ ਸ਼ਬਦ। ਘਰ ਪਹਿਲਾ ਵਿੱਚ ਕੁੱਲ 8 ਸ਼ਬਦ ਹਨ, ਜਿਨ੍ਹਾਂ ਵਿੱਚੋਂ 6 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਹਨ ਅਤੇ 2 ਸ਼ਬਦ ਗੁਰੂ ਅਮਰਦਾਸ ਜੀ ਦੇ। ਸ਼ਬਦ ਨੰਬਰ 4 ਅਤੇ ਨੰਬਰ 8। ਗੁਰੂ ਅਮਰਦਾਸ ਜੀ ਦੇ ਆਪਣੇ ਸ਼ਬਦ ਘਰ ਪਹਿਲਾ ਵਿੱਚ 17 ਹਨ, ਵੱਖਰੇ ਦਾ ਵੱਖਰਾ ਜੁਟ। ਪਰ ਇਹ ਇੱਕ ਅਜਬ ਸੁਆਦਲੀ ਗੱਲ ਹੈ ਕਿ ਇਹ ਵੱਖਰਾ ਸੰਗ੍ਰਹਿ ਹੁੰਦਿਆਂ ਵੀ ਇਹਨਾਂ ਦੇ 2 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਸੰਗ੍ਰਹਿ ਵਿੱਚ ਦਰਜ ਹਨ। ਇਸ ਭੇਦ ਨੂੰ ਸਮਝਣ ਲਈ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਨੰਬਰ 3 ਗੁਰੂ ਅਮਰਦਾਸ ਜੀ ਦੇ ਅਗਲੇ ਸ਼ਬਦ ਨਾਲ ਰਲਾ ਕੇ ਰਤਾ ਧਿਆਨ ਦੇ ਕੇ ਪੜ੍ਹੋ ਅਤੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਨੰਬਰ 7 ਗੁਰੂ ਅਮਰਦਾਸ ਜੀ ਦੇ ਅਗਲੇ ਸ਼ਬਦ ਨਾਲ ਰਲਾ ਕੇ ਪੜ੍ਹੋ। ਇਹ ਡੂੰਘੀ ਸਾਂਝ ਪਈ ਦੱਸਦੀ ਹੈ ਕਿ ਬਸੰਤ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਸੰਗ੍ਰਹਿ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਸੀ। ਘਰ ਦੂਜਾ ਵਿੱਚ ਦੇ ਸ਼ਬਦ ਇਕੱਲੇ ਬਸੰਤ ਰਾਗ ਵਿੱਚ ਨਹੀਂ ਹਨ, ਬਸੰਤ ਦੇ ਨਾਲ ਹਿੰਡੋਲ ਵੀ ਮਿਲਾਇਆ ਹੋਇਆ ਹੈ। ਮਹੱਲਾ ਪਹਿਲਾ ਬਸੰਤ ਹਿੰਡੋਲ ਘਰ ਦੂਜਾ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਦਾ ਘਰ ਦੂਜੇ ਦਾ ਸ਼ਬਦ ਹੈ ਬਸੰਤ ਹਿੰਡੋਲ ਮਹੱਲਾ ਤੀਜਾ ਘਰ ਦੂਜਾ। ਨੋਟ ਇਹੀ ਗੱਲ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਦੇ ਸ਼ਬਦਾਂ ਵਿੱਚ ਮਿਲਦੀ ਹੈ। ਐੜਾ ਅਸ਼ਟਪਦੀਆਂ। ਗੁਰੂ ਅਮਰਦਾਸ ਜੀ ਦੀ ਕੋਈ ਅਸ਼ਟਪਦੀ ਨਹੀਂ, ਪਰ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਰਾਮਦਾਸ ਜੀ ਦੀਆਂ ਘਰ ਦੂਜਾ ਦੀਆਂ ਅਸ਼ਟਪਦੀਆਂ ਬਸੰਤ ਹਿੰਡੋਲ ਵਿੱਚ ਹਨ। ਨੰਬਰ 17 ਰਾਗ ਸਾਰੰਗ ਊੜਾ ਸ਼ਬਦ। ਗੁਰੂ ਤੇਗ ਬਹਾਦਰ ਸਾਹਿਬ ਤੋਂ ਛੁੱਟ ਬਾਕੀ ਗੁਰ ਵਿਅਕਤੀਆਂ ਦੇ ਸ਼ਬਦਾਂ ਤੇ ਅਸ਼ਟਪਦੀਆਂ ਵਿੱਚ ਜੋ ਰਹਾਉ ਦਾ ਬੰਦ ਆਉਂਦਾ ਹੈ, ਉਹ ਆਮ ਤੌਰ ਤੇ ਬੰਦ ਨੰਬਰ 1 ਤੋਂ ਪਿੱਛੋਂ ਆਉਂਦਾ ਹੈ। ਜਿਵੇਂ ਬਸੰਤ ਮਹੱਲਾ ਪਹਿਲਾ ਸਾਲ ਗ੍ਰਾਮ ਬਿਪ ਪੂਜ ਮਨਾਵੋ, ਸੁਕ੍ਰਿਤ ਤੁਲਸੀ ਮਾਲਾ, ਰਾਮ ਨਾਮ ਜਪ ਬੇੜਾ ਬਾਂਧੋ, ਦਇਆ ਕਰੋ ਦਇਆਲਾ, ਕਾਹੇ ਕਲਰਾ ਸਿੰਚੋ ਜਨਮ ਗਵਾਵੋ, ਕਾਚੀ ਢਹਿਗ ਦੀਵਾਲ, ਕਾਹੇ ਗੱਚ ਲਾਵੋ ਰਹਾਓ। ਪਰ ਰਾਗ ਸਾਰੰਗ ਵਿੱਚ ਇਹ ਅਨੋਖੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਾਰੇ ਸ਼ਬਦਾਂ ਦਾ ਰਹਾਉ ਵਾਲਾ ਬੰਦ ਸ਼ੁਰੂ ਵਿੱਚ ਹੀ ਹੈ। ਜਿਵੇਂ ਸਾਰੰਗ ਮਹੱਲਾ ਪਹਿਲਾ ਆਪਣੇ ਠਾਕੁਰ ਕੀ ਹਉ ਚੇਰੀ, ਚਰਨ ਗਹੇ ਜਗ ਜੀਵਨ ਪ੍ਰਭ ਕੇ, ਹਉਮੈ ਮਾਰ ਨਬੇਰੀ ਰਹਾਉ, ਪੂਰਨ ਪਰਮ ਜੋਤ ਪਰਮੇਸ਼ਰ, ਪ੍ਰੀਤਮ ਪ੍ਰਾਣ ਹਮਾਰੇ, ਮੋਹਨ ਮੋਹ ਲਿਆ ਮਨ ਮੇਰਾ, ਸਮਝਸ ਸ਼ਬਦ ਵਿਚਾਰੇ। ਇਸ ਰਾਗ ਵਿੱਚ ਗੁਰੂ ਅਮਰਦਾਸ ਜੀ ਦਾ ਕੋਈ ਸ਼ਬਦ ਨਹੀਂ ਹੈ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਦੇ ਹਨ। ਉਹਨਾਂ ਵਿੱਚ ਵੀ ਇਹੀ ਤਰਤੀਬ ਵਰਤੀ ਹੋਈ ਹੈ। ਇਹ ਗੱਲ ਸਬੱਬ ਨਾਲ ਨਹੀਂ ਹੋ ਗਈ। ਗੁਰੂ ਰਾਮਦਾਸ ਜੀ ਦੇ ਪਾਸ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਮੌਜੂਦ ਸੀ। ਐੜਾ ਅਸ਼ਟਪਦੀਆਂ। ਗੁਰੂ ਨਾਨਕ ਸਾਹਿਬ ਦੀਆਂ 2 ਅਸ਼ਟਪਦੀਆਂ ਹਨ, ਦੋਵੇਂ ਘਰ ਪਹਿਲਾ ਵਿੱਚ ਰਹਾਉ ਵਾਲਾ ਬੰਦ ਇੱਥੇ ਵੀ ਸ਼ਬਦਾਂ ਵਾਂਗ ਸ਼ੁਰੂ ਵਿੱਚ ਹੀ ਹੈ। ਗੁਰੂ ਅਮਰਦਾਸ ਜੀ ਦੀਆਂ 3 ਅਸ਼ਟਪਦੀਆਂ ਹਨ, ਤਿੰਨੇ ਘਰ ਪਹਿਲਾ ਵਿੱਚ ਹਨ। ਇਹਨਾਂ ਦਾ ਵੀ ਰਹਾਉ ਵਾਲਾ ਬੰਦ ਸ਼ੁਰੂ ਵਿੱਚ ਹੀ ਹੈ। ਗੁਰੂ ਅਰਜਨ ਸਾਹਿਬ ਦੀਆਂ ਅਸ਼ਟਪਦੀਆਂ ਵਿੱਚ ਵੀ ਇਹੀ ਤਰਤੀਬ ਵਰਤੀ ਮਿਲਦੀ ਹੈ। ਲਫ਼ਜ਼ਾਂ ਦੀ ਸਾਂਝ ਵੀ ਸਾਡੇ ਖਿਆਲ ਨੂੰ ਪੱਕਾ ਕਰਨ ਵਿੱਚ ਸਹਾਇਤਾ ਦਿੰਦੀ ਹੈ। ਮਹੱਲਾ ਪਹਿਲਾ ਹਰ ਬਿਨ ਕਿਉਂ ਜੀਵਾਂ ਮੇਰਾ ਮਾਈ। ਮਹੱਲਾ ਤੀਜਾ ਹਰ ਬਿਨ ਅਵਰ ਨ ਜਾਣਾ ਕੋਈ। ਮਹੱਲਾ ਪਹਿਲਾ ਕੋਟ ਕਲਪ ਕੇ ਦੁਖ ਬਿਨਾਸਨ। ਮਹੱਲਾ ਤੀਜਾ ਕੋਟ ਕਟੰਤਰ ਕੇ ਪਾਪ ਬਿਨਾਸਨ। ਨੰਬਰ 18 ਰਾਗ ਮਲਾਰ ਊੜਾ ਸ਼ਬਦ। ਘਰ ਪਹਿਲਾ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ 5 ਸ਼ਬਦ ਹਨ, 4 ਚੌਪਤੇ ਤੇ 1 ਪੰਚਪਦਾ। ਤੁਕਾਂ ਸਭ ਦੀਆਂ ਸ਼ਲੋਕ ਦੋਹਰੇ ਵਾਂਗ ਲੰਬੀਆਂ ਹਨ। ਗੁਰੂ ਅਮਰਦਾਸ ਜੀ ਦੇ ਸ਼ਬਦ ਇਸ ਘਰ ਪਹਿਲੇ ਵਿੱਚ 9 ਹਨ, 8 ਚੌਪਦੇ ਤੇ 1 ਪੰਚਪਦਾ। ਇੱਕ ਸ਼ਬਦ ਤੋਂ ਛੁੱਟ ਬਾਕੀ ਸਭ ਦੀਆਂ ਤੁਕਾਂ ਸ਼ਲੋਕ ਵਾਂਗ ਲੰਬੀਆਂ ਹਨ। ਘਰ ਦੂਜਾ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ 4 ਸ਼ਬਦ ਹਨ, ਸਾਰੇ ਚੌਪਦੇ। ਤੁਕਾਂ ਸਭਨਾਂ ਦੀਆਂ ਚੌਪਈ ਵਾਂਗ ਨਿੱਕੀਆਂ ਹਨ। ਗੁਰੂ ਅਮਰਦਾਸ ਜੀ ਦੇ ਵੀ ਇਸ ਘਰ ਵਿੱਚ 4 ਸ਼ਬਦ ਹਨ, 2 ਚੌਪਦੇ ਤੇ 2 ਪੰਚਪਦੇ। ਤੁਕਾਂ ਸਭ ਦੀਆਂ ਚੌਪਈ ਵਾਂਗ ਛੋਟੀਆਂ ਹਨ। ਦੋਹਾਂ ਗੁਰ ਵਿਅਕਤੀਆਂ ਦਾ ਪਹਿਲਾ ਸ਼ਬਦ ਰਤਾ ਧਿਆਨਯੋਗ ਹੈ। ਦੋਵੇਂ ਹੀ ਕਿਸੇ ਪੰਡਤ ਬਾਰੇ ਜ਼ਿਕਰ ਕਰਦੇ ਹਨ। ਐੜਾ ਅਸ਼ਟਪਦੀਆਂ। ਘਰ ਦੂਜਾ ਵਿੱਚ
ਗੁਰੂ ਨਾਨਕ ਸਾਹਿਬ ਦੀਆਂ 3 ਅਸ਼ਟਪਦੀਆਂ ਹਨ। ਤੁਕਾਂ ਤਿਨਾਂ ਦੀਆਂ ਹੀ ਲੰਬੀਆਂ ਹਨ। ਸ਼ਲੋਕ ਦੋਹਰੇ ਵਾਂਗ ਗੁਰੂ ਅਮਰਦਾਸ ਜੀ ਦੀਆਂ 2 ਅਸ਼ਟਪਦੀਆਂ ਹਨ। ਤੁਕਾਂ ਇਹਨਾਂ ਦੀਆਂ ਵੀ ਲੰਬੀਆਂ ਹਨ। ਘਰ ਦੂਜਾ ਵਿੱਚ ਗੁਰੂ ਨਾਨਕ ਸਾਹਿਬ ਜੀ ਦੀਆਂ 2 ਅਸ਼ਟਪਦੀਆਂ ਹਨ। ਪਹਿਲੀ ਦੀਆਂ ਤੁਕਾਂ ਰਲੀਆਂ ਮਿਲੀਆਂ, ਛੋਟੀਆਂ ਵੀ ਤੇ ਲੰਬੀਆਂ ਵੀ। ਦੂਜੀ ਅਸ਼ਟਪਦੀ ਦੀਆਂ ਤੁਕਾਂ ਛੋਟੀਆਂ। ਗੁਰੂ ਅਮਰਦਾਸ ਜੀ ਦੀ 1 ਅਸ਼ਟਪਦੀ ਹੈ, ਤੁਕਾਂ ਛੋਟੀਆਂ। ਨੰਬਰ 19 ਰਾਗ ਪ੍ਰਭਾਤੀ। ਇਸ ਰਾਗ ਵਿੱਚ ਭਗਤ ਨਾਮਦੇਵ ਅਤੇ ਭਗਤ ਬੇਣੀ ਜੀ ਨੇ ਵੀ ਸ਼ਬਦ ਲਿਖੇ ਹਨ। ਇਹ ਇਕੱਲੇ ਪ੍ਰਭਾਤੀ ਰਾਗ ਵਿੱਚ ਹਨ, ਕਿਸੇ ਹੋਰ ਰਾਗ ਨਾਲ ਮਿਲਵੇਂ ਨਹੀਂ। ਪਰ ਕਬੀਰ ਜੀ ਨੇ ਪ੍ਰਭਾਤੀ ਦੇ ਨਾਲ ਵਿਭਾਸ ਨੂੰ ਵੀ ਮਿਲਾ ਲਿਆ ਹੈ। ਗੁਰੂ ਨਾਨਕ ਸਾਹਿਬ ਨੇ ਵੀ ਵਿਭਾਸ ਤੇ ਪ੍ਰਭਾਤੀ ਨੂੰ ਮਿਲਾ ਕੇ ਸ਼ਬਦ ਲਿਖੇ ਹਨ। ਜੇ ਚਾਹੁੰਦੇ ਤਾਂ ਭਗਤ ਨਾਮਦੇਵ ਤੇ ਬੇਣੀ ਵਾਂਗ ਇਕੱਲਾ ਪ੍ਰਭਾਤੀ ਵਰਤ ਸਕਦੇ ਸਨ। ਗੁਰੂ ਅਮਰਦਾਸ ਜੀ ਨੇ ਸ਼ਬਦਾਂ ਵਿੱਚ ਸਿਰਫ ਪ੍ਰਭਾਤੀ ਹੀ ਵਰਤਿਆ ਹੈ, ਪਰ ਅਸ਼ਟਪਦੀਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਵਾਂਗ ਪ੍ਰਭਾਤੀ ਤੇ ਵਿਭਾਸ ਨੂੰ ਇਕੱਠਾ ਕਰ ਲਿਆ ਹੈ। ਇਥੋਂ ਇਹੀ ਅਨੁਮਾਨ ਲੱਗਦਾ ਹੈ ਕਿ ਗੁਰੂ ਅਮਰਦਾਸ ਜੀ ਦੇ ਕੋਲ ਭਗਤਾਂ ਦੇ ਸ਼ਬਦ ਵੀ ਮੌਜੂਦ ਸਨ ਤੇ ਗੁਰੂ ਨਾਨਕ ਸਾਹਿਬ ਜੀ ਦੇ ਵੀ। ਤਾਹੀਓਂ ਉਹਨਾਂ ਪ੍ਰਭਾਤੀ ਨੂੰ ਇਕੱਲਿਆਂ ਵੀ ਵਰਤਿਆ ਹੈ ਤੇ ਪ੍ਰਭਾਤੀ ਨਾਲ ਵਿਭਾਸ ਨੂੰ ਵੀ ਮਿਲਾ ਲਿਆ ਹੈ। ਨਹੀਂ ਤਾਂ ਇਹ ਕੋਈ ਜ਼ਰੂਰੀ ਨਿਯਮ ਨਹੀਂ ਹੈ ਕਿ ਪ੍ਰਭਾਤੀ ਨੂੰ ਵਿਭਾਸ ਦੇ ਨਾਲ ਰਲਾ ਕੇ ਹੀ ਗਾਵਿਆ ਜਾਏ। ਸ਼ਲੋਕ ਹੁਣ ਤੱਕ ਅਸਾਂ ਗੁਰੂ ਨਾਨਕ ਸਾਹਿਬ ਜੀ ਦੇ ਵਰਤੇ ਸਾਰੇ 19 ਰਾਗਾਂ ਨੂੰ ਸਾਹਮਣੇ ਰੱਖ ਕੇ ਇਹ ਯਕੀਨੀ ਸਿੱਟਾ ਕੱਢ ਲਿਆ ਹੈ ਕਿ ਇਹਨਾਂ ਰਾਗਾਂ ਵਿੱਚ ਲਿਖੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਸੀ। ਕਿਤੇ ਕਿਤੇ ਅਸਾਂ ਇਹ ਵੀ ਵਿਖਾ ਦਿੱਤਾ ਹੈ ਕਿ ਇਹ ਬਾਣੀ ਗੁਰੂ ਰਾਮਦਾਸ ਜੀ ਦੇ ਪਾਸ ਵੀ ਮੌਜੂਦ ਸੀ। ਹੁਣ ਅਸੀਂ ਸ਼ਲੋਕਾਂ ਵਿੱਚੋਂ ਪ੍ਰਮਾਣ ਲਵਾਂਗੇ ਜਿੱਥੋਂ ਇਹ ਦਿਸ ਪਵੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਸ਼ਲੋਕ ਵੀ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਸਨ। ਰਾਗਾਂ ਵਿੱਚ ਅਸੀਂ ਵੇਖ ਆਏ ਹਾਂ ਕਿ ਪੱਟੀ ਦੇ ਸਾਹਮਣੇ ਪੱਟੀ ਲਿਖਣੀ, ਅਲਾਣੀਆਂ ਦੇ ਟਾਕਰਿਆਂ ਤੇ ਅਲਾਣੀਆਂ, ਸੋਲੇ ਦੇ ਨਾਲ ਸੋਲੇ ਤਦੋਂ ਹੀ ਸੰਭਵ ਹੋ ਸਕਿਆ ਸੀ ਜੇ ਇਹ ਬਾਣੀ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਹੀ ਸੀ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਸ਼ਲੋਕਾਂ ਨੇ ਹੀ ਗੁਰੂ ਅਮਰਦਾਸ ਜੀ ਨੂੰ ਸ਼ਲੋਕ ਲਿਖਣ ਲਈ ਪ੍ਰੇਰਨਾ ਦਿੱਤੀ। ਪਰ ਸ਼ਲੋਕਾਂ ਦੇ ਮਜ਼ਮੂਨ ਵੀ ਵੇਖਦੇ ਚੱਲੀਏ, ਕਈ ਥਾਈਂ ਲਫ਼ਜ਼ੀ ਸਾਂਝ ਵੀ ਮਿਲੇਗੀ। ਮਹੱਲਾ ਪਹਿਲਾ ਨੰਬਰ 1 ਮਹੱਲਾ ਤੀਜਾ ਮੂਲ ਰਹੇ ਗੁਰ ਸੇਵਿਐ ਗੁਰ ਪੌੜੀ ਬੋਹਿਥ ਨਾਨਕ ਲੱਗੀ ਤਤ ਲੈ ਤੂੰ ਸੱਚਾ ਮਨ ਸੱਚ। ਮਹੱਲਾ ਪਹਿਲਾ ਹੇਕੋ ਪਾਦਰ ਹੇਕ ਦਰ ਗੁਰ ਪੌੜੀ ਨਿਜ ਥਾਨ ਰੂੜੋ ਠਾਕੁਰ ਨਾਨਕਾ ਸਭ ਸੁਖ ਸਾਚੋ ਨਾਮ। ਮਲਾਰ ਕੀ ਵਾਰ। ਦੋਹਾਂ ਵਿੱਚ ਜਪਜੀ ਵਿਚਲੇ ਇਹ ਤਰਾਹਾ ਪਤ ਪਵੜੀਆਂ ਵਾਲਾ ਖਿਆਲ ਹੈ। ਨੰਬਰ 2 ਮਹੱਲਾ ਪਹਿਲਾ ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਦਾਨ ਜੁਗਤ ਧੋਤੀ ਸੁਰਤ ਚੌਂਕਾ ਤਿਲਕ ਕਰਨੀ ਹੋਏ ਭਾਉ ਭੋਜਨ ਨਾਨਕਾ ਵਿਰਲਾ ਤਾਂ ਕੋਈ ਕੋਏ। ਮਹੱਲਾ ਤੀਜਾ ਨੌਵੀਂ ਨੇਮ ਸੱਚ ਜੇ ਕਰੈ ਕਾਮ ਕ੍ਰੋਧ ਤ੍ਰਿਸ਼ਨਾ ਉਚਰੈ ਦਸਵੀਂ ਦਸੇ ਦੁਆਰ ਜੇ ਠਾਕੈ ਇਕਾਸ਼ੀ ਏਕ ਕਰ ਜਾਣੇ ਦੁਆਸੀ ਪੰਜ ਵਸਕਤ ਕਰ ਰਾਖੈ ਤਉ ਨਾਨਕ ਮਨ ਮਾਨੇ। ਐਸਾ ਵਰਤ ਰਹੀਜੈ ਪਾਂਡੇ ਹੋਰ ਬਹੁਤ ਸਿੱਖ ਕਿਆ ਦੀਜੈ। ਸਾਰਿਆਂ ਕੀ ਵਾਰ। ਨੰਬਰ 3 ਮਹੱਲਾ ਪਹਿਲਾ ਸੂਹਾ ਰੰਗ ਸੁਪਨੇ ਨਿਸੀ ਬਿਨ ਤਾਗੇ ਗਲ ਹਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰਿਆਈਆਂ ਛਾਰ। ਮਹੱਲਾ ਤੀਜਾ ਸੂਹੇ ਵੇਸ ਕਾਮਣ ਕੁਲਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਜਿਸ ਪੂਰਬ ਹੋਵੇ ਲਿਖਿਆ ਤਿਸ ਸਤਿਗੁਰ ਮਿਲੇ ਪਤਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਬਨਾਸੀ ਪੁਰਖ ਪਾਤਾਰ। ਸੂਹੀ ਕੀ ਵਾਰ। ਨੰਬਰ 4 ਮਹੱਲਾ ਪਹਿਲਾ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ ਹਉ ਭਾਲ ਵੇ ਕੁੰਨੀ ਹੋਈ ਅੰਧੇਰਾ ਰਹਾ ਨਾ ਕੋਈ ਵਿੱਚ ਹਉਮੈ ਕਰ ਦੁਖ ਰੋਈ ਕਹੋ ਨਾਨਕ ਕਿਨ ਬਿਦ ਗਤ ਹੋਈ। ਮਹੱਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਜਿਸ ਨੂੰ ਨਦਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੋ ਲੇਵੇ। ਮਾਝ ਕੀ ਵਾਰ। ਨੰਬਰ 5
ਨੋਟ ਵਾਰਾਂ ਵਿੱਚ ਦਰਜ ਕਰਨ ਪਿੱਛੋਂ ਜਿਹੜੇ ਸ਼ਲੋਕ ਵੀ ਵਧ ਗਏ, ਗੁਰੂ ਅਰਜਨ ਸਾਹਿਬ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਤੇ ਇਕੱਠੇ ਦਰਜ ਕਰ ਦਿੱਤੇ। ਕ੍ਰਮ ਅਨੁਸਾਰ ਪਹਿਲਾ ਸ਼ਲੋਕ ਮਹੱਲਾ ਪਹਿਲਾ, ਫਿਰ ਮਹੱਲਾ ਤੀਜਾ, ਮਹੱਲਾ ਚੌਥਾ ਅਤੇ ਮਹੱਲਾ ਪੰਜਵਾਂ। ਸ਼ਲੋਕ ਮਹੱਲਾ ਪਹਿਲਾ ਦੇ ਸੰਗ੍ਰਹਿ ਵਿੱਚ 33 ਸ਼ਲੋਕ ਹਨ, ਮਹੱਲਾ ਤੀਜਾ ਦੇ 67 ਸ਼ਲੋਕ ਹਨ, ਪਰ ਸ਼ਲੋਕ ਮਹੱਲਾ ਪਹਿਲਾ ਦੇ ਸ਼ਲੋਕ ਨੰਬਰ 27 ਦੇ ਨਾਲ ਸ਼ਲੋਕ ਮਹੱਲਾ ਤੀਜਾ ਦਿੱਤਾ ਗਿਆ ਹੈ। ਇਹ ਸ਼ਲੋਕ ਮਹੱਲਾ 28 ਸ਼ਲੋਕ ਮਹੱਲਾ ਤੀਜਾ ਦੇ ਸੰਗ੍ਰਹਿ ਵਿੱਚ ਕਿਉਂ ਨਹੀਂ ਲਿਖਿਆ ਗਿਆ? ਦੋਹਾਂ ਨੂੰ ਪੜ੍ਹਨ ਨਾਲ ਸਾਫ਼ ਦਿਸ ਪੈਂਦਾ ਹੈ ਕਿ ਇਸ ਦੀ ਗੁਰੂ ਨਾਨਕ ਸਾਹਿਬ ਜੀ ਦੇ ਸ਼ਲੋਕ ਨਾਲ ਬੜੀ ਡੂੰਘੀ ਸਾਂਝ ਹੈ। ਮਹੱਲਾ ਪਹਿਲਾ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਮਹੱਲਾ ਤੀਜਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਥੋੜੀਆਂ ਜਿਹੀਆਂ ਵੰਨਗੀਆਂ ਇਹ ਦੱਸਣ ਲਈ ਕਾਫੀ ਹਨ ਕਿ ਗੁਰੂ ਨਾਨਕ ਸਾਹਿਬ ਜੀ ਦੇ ਸ਼ਲੋਕ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਸਨ। ਵਾਰਾਂ, ਜਿਵੇਂ ਆਸਾ ਰਾਗ ਦੀ ਪੱਟੀ ਨੇ ਵਡਹੰਸ ਦੀਆਂ ਅਲਾਣੀਆਂ ਨੇ ਗੁਰੂ ਅਮਰਦਾਸ ਜੀ ਨੂੰ ਪੱਟੀ ਤੇ ਅਲਾਣੀਆਂ ਲਿਖਣ ਲਈ ਪ੍ਰੇਰਨਾ ਕੀਤੀ, ਤਿਵੇਂ ਹੀ ਗੁਰੂ ਨਾਨਕ ਸਾਹਿਬ ਜੀ ਦੀਆਂ ਵਾਰਾਂ ਨੇ ਗੁਰੂ ਅਮਰਦਾਸ ਜੀ ਨੂੰ ਵਾਰਾਂ ਲਿਖਣ ਲਈ ਪ੍ਰੇਰਿਆ। ਇਹ ਇੱਕ ਕੁਦਰਤੀ ਨਿਯਮ ਹੈ। ਤੁਸੀਂ ਲਗਨ ਨਾਲ ਕਿਸੇ ਕਵੀ ਦੀ ਰਚਨਾ ਹਰ ਰੋਜ਼ ਪੜ੍ਹਨੀ ਸ਼ੁਰੂ ਕਰੋ, ਸਮਾਂ ਪਾ ਕੇ ਤੁਹਾਡੇ ਆਪਣੇ ਅੰਦਰ ਉਹੀ ਹੁਲਾਰੇ ਪੈਦਾ ਹੋਣੇ ਸ਼ੁਰੂ ਹੋ ਜਾਣਗੇ, ਤੇ ਜੇ ਤੁਹਾਡੇ ਅੰਦਰ ਕਵਿਤਾ ਵਾਲੇ ਸੰਸਕਾਰ ਮੌਜੂਦ ਹਨ ਤਾਂ ਤੁਸੀਂ ਵੀ ਕਵੀ ਬਣ ਜਾਓਗੇ। ਆਪਣੇ ਮਨ ਭਾਉਂਦੇ ਕਵੀ ਦੀ ਬੋਲੀ ਤੁਹਾਡੀ ਆਪਣੀ ਬੋਲੀ ਬਣ ਜਾਵੇਗੀ। ਗੁਰੂ ਅਮਰਦਾਸ ਜੀ ਨੇ ਵਾਰਾਂ ਦੀ ਪ੍ਰੇਰਨਾ ਗੁਰੂ ਨਾਨਕ ਸਾਹਿਬ ਜੀ ਤੋਂ ਲਈ। ਇਹ ਗੱਲ ਦੋਹਾਂ ਗੁਰ ਵਿਅਕਤੀਆਂ ਦੀ ਇਹ ਬਾਣੀ ਸਾਹਮਣੇ ਰੱਖਿਆਂ ਵੀ ਸਿੱਧ ਹੋ ਜਾਂਦੀ ਹੈ। ਸਤਿਗੁਰੂ ਨਾਨਕ ਸਾਹਿਬ ਜੀ ਦੀਆਂ 3 ਵਾਰਾਂ ਹਨ, ਮਲਾਰ, ਮਾਝ ਅਤੇ ਆਸਾ ਰਾਗ ਵਿੱਚ। ਮਲਾਰ ਤੇ ਮਾਝ ਦੀਆਂ ਵਾਰਾਂ ਤਾਂ ਸੈਦਪੁਰ ਵਿੱਚ ਬਾਬਰ ਦੀ ਕਤਲਾਮ ਚੇਤੇ ਕਰਾ ਕੇ ਇਹ ਦੱਸਦੀਆਂ ਹਨ ਕਿ ਇਹ ਸਾਰਾ ਜਗਤ ਹੀ ਇੱਕ ਰਣ ਭੂਮੀ ਹੈ। ਆਸਾ ਦੀ ਵਾਰ ਇੱਕ ਡੂੰਘੀ ਫਿਲਾਸਫੀ ਹੈ। ਗੁਰੂ ਅਮਰਦਾਸ ਜੀ ਨੇ ਵੀ ਵਾਰਾਂ ਲਿਖਣ ਵੇਲੇ ਇਸ ਬਾਣੀ ਦੇ ਪੂਰਨੇ ਆਪਣੇ ਸਾਹਮਣੇ ਰੱਖੇ ਹਨ। ਤੀਜੇ ਪਾਤਸ਼ਾਹ ਜੀ ਦੀਆਂ 4 ਵਾਰਾਂ ਹਨ, ਗੁਜਰੀ, ਸੂਹੀ, ਰਾਮਕਲੀ ਤੇ ਮਾਰੂ ਵਿੱਚ। ਚੌਹਾਂ ਵਿੱਚੋਂ ਵੰਨਗੀ ਲੈ ਕੇ ਵੇਖ ਲਓ। ਆਸਾ ਦੀ ਵਾਰ ਮਹੱਲਾ ਪਹਿਲਾ, ਆਪੀ ਨੇ ਆਪ ਸਾਜਿਓ, ਆਪੇ ਨ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ। ਨੰਬਰ 1, ਗੁਜਰੀ ਕੀ ਵਾਰ ਮਹੱਲਾ ਤੀਜਾ, ਆਪਣਾ ਆਪ ਉਪਾਇਨ ਤਦੋਂ ਹੋਰ ਨਾ ਕੋਈ। ਨੰਬਰ 2, ਸੂਹੀ ਕੀ ਵਾਰ ਮਹੱਲਾ ਤੀਜਾ, ਆਪੇ ਤਖਤ ਰਚਾਇਓਨ ਆਕਾਸ਼ ਪਤਾਲਾ। ਨੰਬਰ 3, ਰਾਮਕਲੀ ਕੀ ਵਾਰ ਮਹੱਲਾ ਤੀਜਾ, ਸੱਚੇ ਤਖਤ ਰਚਾਇਆ ਬੈਸਣ ਕੋ ਜਾਈ। ਨੰਬਰ 4, ਮਾਰੂ ਕੀ ਵਾਰ ਮਹੱਲਾ ਤੀਜਾ, ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣਹਾਰਾ। ਅਤੇ ਅਖੀਰਲੀ ਪੌੜੀ, ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ। ਆਸਾ ਦੀ ਵਾਰ ਦੀ ਹਰੇਕ ਪੌੜੀ ਵਿੱਚ 5 ਤੁਕਾਂ ਹਨ। ਅਖੀਰਲੀ ਤੁਕ ਛੋਟੀ ਹੈ। ਇਹਨਾਂ ਚੌਹਾਂ ਵਾਰਾਂ ਵਿੱਚ ਵੀ ਹਰੇਕ ਪੌੜੀ ਦੀਆਂ 5 ਤੁਕਾਂ ਹੀ ਹਨ। ਸਿੱਟਾ, ਇਸ ਲੰਬੀ ਵਿਚਾਰ ਨੇ ਨਿਰਸੰਦੇਹ ਇਹ ਸਾਬਤ ਕਰ ਵਿਖਾਇਆ ਹੈ ਕਿ ਗੁਰੂ ਨਾਨਕ ਸਾਹਿਬ ਦੀ ਸਾਰੀ ਹੀ ਬਾਣੀ ਗੁਰੂ ਅਮਰਦਾਸ ਜੀ ਦੇ ਪਾਸ ਸੀ। ਇਸੇ ਬਾਣੀ ਤੋਂ ਪ੍ਰੇਰਨਾ ਲੈ ਕੇ ਗੁਰੂ ਅਮਰਦਾਸ ਜੀ ਨੇ ਆਪ ਵੀ ਬਾਣੀ ਲਿਖੀ। ਪਹਿਲੇ ਗੁਰ ਵਿਅਕਤੀਆਂ ਦੀ ਬਾਣੀ ਸਮੇਤ ਇਹ ਆਪਣੀ ਬਾਣੀ ਵੀ ਉਹਨਾਂ ਗੁਰੂ ਰਾਮਦਾਸ ਜੀ ਦੇ ਹਵਾਲੇ ਕੀਤੀ ਸੀ, ਕਿਉਂਕਿ ਅਸੀਂ ਇਹ ਵੀ ਵੇਖ ਆਏ ਹਾਂ ਕਿ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਵੀ ਪਹਿਲੇ ਗੁਰਮਹਿਲਾਂ ਦੀ ਬਾਣੀ ਦੀ ਕਾਫੀ ਡੂੰਘੀ ਸਾਂਝ ਹੈ। ਇਸੇ ਤਰ੍ਹਾਂ ਇਹ ਸਾਰੀ ਬਾਣੀ ਗੁਰੂ ਅਰਜਨ ਸਾਹਿਬ ਤੱਕ ਅੱਪੜ ਗਈ। ਕਿਤਾਬ ਆਦਿ ਬੀੜ ਬਾਰੇ ਲੇਖਕ ਪ੍ਰੋਫੈਸਰ ਸਾਹਿਬ ਸਿੰਘ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ, ਭਾਗ ਦੂਜਾ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।